भी हैगा ते तत्ते नूं औंकड़ भी हैगा। तत्ते नूं औंकड़ भी हैगा। मूल शब्द हैगा तोहे ते जिथे डबल मात्रा आवे ਉਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਮੂਲ ਸ਼ਬਦ ਹੈ ਉਧਰੋਂ ਹਟ ਕੇ ਜਿਹੜੀ ਮਾਤਰਾ ਐਕਸਟਰਾ ਜੁੜੀ ਹੈ ਉਹਦੇ ਨਾਲ ਬੋਲੇ ਇਹਨੂੰ ਤੋਹੇ ਬੋਲ। ਇਹਦਾ ਕਾਰਨ ਕੀ ਹੈ? ਕਿਉਂਕਿ ਤੋਹੇ ਜਿਹੜਾ ਹੋੜਾ ਹੈਗਾ ਇਹ ਦੀਰਘ ਮਾਤਰਾ ਹੈ, ਤੋਹੇ ਥੋੜਾ ਲੰਬਾ ਹੋ ਜਾਂਦਾ ਹੈ, ਤੇ ਤੁਹੇ ਜਿਹੜਾ ਔਂਕੜ ਹੈਗਾ ਉਹ ਲਘੂ ਮਾਤਰਾ ਹੈ। ਅਰਥਾਤ ਸੰਗੀਤ ਦੀ ਤਾਲ ਵਿੱਚ ਜਿਹੜੇ ਬੰਦੇ, ਜਿਹੜੇ ਸੱਜਣ ਮਿੱਤਰ ਆਪਣੇ ਕੀਰਤਨ ਕਰਦੇ ਨੇ, ਉਹ ਸਮਾਂ ਥੋੜਾ ਲੱਗੇ ਤੇ ਜੋ ਪੰਕਤੀਆਂ ਦਾ ਇੱਕ ਸਮਾਂ ਜਿਹੜਾ ਸੰਗੀਤ ਦਾ ਕੋਈ ਸਿਸਟਮ ਹੁੰਦਾ ਹੈ ਉਹਦੇ ਚ पूरा होना चाहिए। सो लाज तोहे नाही की जगह लाज तोहे नाही, तोहे तो जगह तोहे बोलिया जा सके। एविर जी है सामने आ रहे हैं, आप ही हट जाएगा। दिस मीटिंग इज बीइंग रिकॉर्डेड। ਇਹਦਾ डायलॉग बॉक्स हटा दो, आप ही हटाओगे ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦਿਓ। ਓਕੇ ਚਲੋ ਠੀਕ ਹੈ ਜੀ। ਹਰ ਤਜ ਜੱਜੇ ਨੂੰ ਸਿਆਰੀ ਤਜ ਕੇ, हरी नू तज के, हरी नू छड़ के, अकाल पुरख परमात्मा दी शरण छड़ के, तत किथे काहू के दे के जाही। तू हरी अकाल पुरख परमात्मा वाहिगुरू छड़ के किथे ते केदे कोल जाना है। अर्थात अकाल पुरख परमात्मा जो सब सुखदाता राम है उन्हें छड़ के और इधर उधर क्यों झाक रखता है, भांत भांत दे आसरे तकदा है और बेफजूल दी जुगतियां विच अपना समा क्यों बर्बाद करता है, क्यों खजल खुआरी सहेड़दा है। फिर कहते जाको ठाकुर ऊंचा हुई, ठाकुर का मतलब मालिक, जिसदा मालिक बड़ा वड्डा होवे, उच्चा होवे, सो जन पर कर जात ना सोही। सो जन उसदा सेवक, उसदा नौकर, वो पराए कर जांदा शोभा नहीं दिंदा। उन्हें शोभदा नहीं हैगा कि वो पराए घर विच जावे। एक सिंपल जिहा उदाहरण ले लैंदे आ भी पिता बड़ा धनाड़ है ते ओहदा जिहड़ा बच्चा है वो ਉਹਦੇ ਜਿਹੜੇ ਕਰਿੰਦੇ ਨੇ, ਪਿਤਾ ਦੇ ਕਰਿੰਦੇ ਨੇ, ਪਿਤਾ ਦੇ ਜਿਹੜੇ ਵਰਕਰ ਹੈਗੇ ਨੇ, ਨੌਕਰ ਚਾਕਰ ਨੇ, ਉਹਨਾਂ ਕੋਲ ਮੰਗ ਰਿਹਾ ਅੰਕਲ ਜੀ ਮੈਨੂੰ 10 ਰੁਪਏ ਦਿਓ ਮੈਂ ਚਾਕਲੇਟ ਖਾਣੀ, ਜਾਂ ਮੈਨੂੰ 2 ਰੁਪਏ ਦਿਓ ਮੈਂ ਟੌਫੀ ਖਾਣੀ ਹੈ। ਤੇ ਇਹ ਗੱਲ ਕਿੰਨੀ ਹਾਸੋਹੀਣੀ ਤੇ ਕਿੰਨੀ ਅਜੀਬੋ ਗਰੀਬ ਜੀ ਲੱਗੇਗੀ। ਇਸੇ ਤਰ੍ਹਾਂ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਸਰਬ ਕਲਾ ਭਰਪੂਰ ਹੈ, ਉਹਦਾ ਦਰ ਛੱਡ ਕੇ ਇੱਧਰ ਉੱਧਰ ਝਾਕ ਰੱਖਣੀ ਜਾਂ ਹੋਰ ਤਰੀਕੇ ਅਪਣਾਉਣੇ, ਇਹ ਸ਼ਰਮਿੰਦਗੀ ਸੇੜਨ ਵਾਲੀ ਗੱਲ ਹੈ, ਇਹ ਬੜੀ ਵੱਡੀ ਮੂਰਖਤਾ ਹੈ। ਸੋ ਕਹਿੰਦੇ ਸੋ ਜਨ ਪਰਕਰ ਜਾਤ ਨਾ ਸੋ, ਜਿਹਦਾ ਠਾਕੁਰ ਮਾਲਿਕ ਇੰਨਾ ਉੱਚਾ ਹੋਵੇ, ਇੰਨਾ ਵੱਡਾ ਹੋਵੇ, ਇੰਨਾ ਸਮਰੱਥ ਹੋਵੇ, ਉਹਦਾ ਸੇਵਕ ਪਰਾਏ ਘਰ ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਤੇ ਜਾਂਦਾ ਸੋਭਾ ਨਹੀਂ ਦਿੰਦਾ। ਸੋ ਸਾਹਿਬ ਰਿਹਾ ਭਰਪੂਰ, ਸਾਹਿਬ ਨੇ ਮਾਲਿਕ ਭਰਪੂਰ, ਅਰਥਾਤ ਜਲ ਵਿੱਚ, ਥਲ ਵਿੱਚ, ਮਹੀਲ ਵਿੱਚ, ਜਲ ਥਲ ਮੇਲ ਪੂਰਿਆ ਸਵਾਮੀ ਸਿਰਜਣਹਾਰ। ਅਕਾਲ ਪੁਰਖ ਕਣ ਕਣ ਵਿੱਚ ਵਿਆਪਕ ਹੈਗਾ। ਮਹੀਲ ਦਾ ਮਤਲਬ ਹੁੰਦਾ ਹੈ ਮਹੀ ਜਮਾ ਤਲ, ਮਹੀ ਦਾ ਅਰਥ ਹੈ ਧਰਤੀ, ਮਹੀ ਤਲ, ਧਰਤੀ ਦੇ ਤਲ ਉੱਤੇ, ਅਰਥਾਤ ਪੁਲਾੜ ਦੇ ਵਿੱਚ, ਜਲ ਵਿੱਚ, ਥਲ ਵਿੱਚ ਤੇ ਸਪੇਸ ਵਿੱਚ ਉਹ ਅਕਾਲ ਪੁਰਖ ਵਿਆਪਕ ਹੈ। ਸਦਾ ਸੰਗ, ਉਹ ਵਾਹਿਗੁਰੂ ਹਮੇਸ਼ਾ ਤੇਰੇ ਅੰਗ ਸੰਗ ਹੈ, ਤੇਰੇ ਨਾਲ ਹੈ। ਨਾ ਹੀ ਹਰ ਦੂਰ, ਉਹ ਕਿਤੇ ਦੂਰ ਨਹੀਂ ਹੈਗਾ, ਉਹ ਕਿਤੇ ਸਤਵੇਂ ਅਸਮਾਨ ਤੇ ਨਹੀਂ ਹੈਗਾ, ਉਹ ਤੇਰੇ ਨਾਲ ਹੈ, ਤੇਰੇ ਅੰਗ ਸੰਗ ਹੈ। ਕਵਲਾ ਚਰਨ ਸ਼ਰਨ ਹੈ ਜਾਂਕੇ। ਹੁਣ ਦੇਖੋ ਜੀ ਵਡਿਆਈਆਂ ਦੱਸਦੇ ਨੇ, ਕਵਲਾ ਦਾ ਅਰਥ ਹੈ ਲక్ష్ਮੀ ਦੇਵੀ, ਮਾਇਆ ਦੀ ਦੇਵੀ। ਉਹ ਕਵਲਾ ਜਿਹਦੀ ਖਾਤਰ ਮਨੁੱਖ ਕੀ ਨਹੀਂ ਕਰਦਾ, ਛਲ ਕਰਦਾ ਹੈ, ਕਪਟ ਕਰਦਾ ਹੈ, ਝੂਠ ਬੋਲਦਾ ਹੈ, ਹੇਰਾਫੇਰੀਆਂ ਕਰਦਾ ਹੈ, ਚਾਪਲੂਸੀਆਂ ਕਰਦਾ ਹੈ, ਚਮਚਾਗਿਰੀਆਂ ਕਰਦਾ ਹੈ, ਇੰਨੀਆਂ ਕਰਦਾ ਹੈ, ਪਖੰਡ ਕਰਦਾ ਹੈ, ਹੋਰ ਪਤਾ ਨਹੀਂ ਕਿਹੜੇ ਕਿਹੜੇ ਮਤਲਬ ਕਿ ਉਹਦੇ ਜਿਹੜੇ ਰੂਪ ਨੇ ਬਾਹਰ ਆਉਂਦੇ ਨੇ। ਕਵਲਾ ਚਰਨ ਸ਼ਰਨ ਹੈ ਜਾ ਕੇ, ਉਹ ਮਾਇਆ ਜਿਹਦੀ ਖਾਤਰ ਮਨੁੱਖ ਇੰਨੇ ਪੰਬੜੇ ਪੜਾਉਂਦਾ ਹੈ, ਉਹ ਜਿਹੜੀ ਮਾਇਆ ਹੈ, ਉਹ ਕਮਲਾ ਹੈ, ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਉਹਨੇ ਸ਼ਰਨ ਲਈ ਹੋਈ ਹੈ। ਇਹਦੇ ਬਾਰੇ ਗੁਰਬਾਣੀ 'ਚ ਬਹੁਤ ਚੰਗਾ ਆਉਂਦਾ, ਕਹਿੰਦੇ ਦਾਸ ਸਲਾਮ ਕਰਤ ਕਤ ਸੋਭਾ। ਇੱਥੇ ਦਾਸ ਦੇ ਸੱਸੇ ਨੂੰ ਸਿਹਾਰੀ ਹੈ, ਅਰਥਾਤ ਦਾਸੀ, ਅਰਥਾਤ ਮਨੁੱਖ ਜਿਹੜਾ ਹੈ ਉਹ ਰਾਜੇ ਨੂੰ ਸਲਾਮ ਕਰਦਾ ਹੀ ਸੋਭਦਾ ਹੈ, ਦਾਸੀ ਨੂੰ ਸਲਾਮ ਕਰਦਾ ਨਹੀਂ ਸੋਭਦਾ। ਅਰਥਾਤ ਮਾਇਆ ਦੀ ਪੂਜਾ ਕਰਨੀ ਮੂਰਖਤਾ ਹੈ, ਇਹ ਸੋਭਾ ਨਹੀਂ ਦਿੰਦੀ। ਜਿੱਦਾਂ ਕਹਿੰਦੇ ਠਾਕੁਰ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੈ। ਇਹ ਜਿਹੜਾ ਮਨਮੁਖ ਹੈ ਉਹਨੂੰ ਉਹ ਚੇਰੀ ਦੀ ਸੇਵਾ ਕਰ ਰਿਹਾ, ਚੇਲੀ ਜਿਹੜੀ ਦਾਸੀ ਉਹਦੀ ਸੇਵਾ ਕਰਦਾ, ਤੇ ਜਿਹੜਾ ਮਾਲਿਕ ਹੈ ਉਹਨੂੰ ਨਜ਼ਰ ਨਹੀਂ ਆਉਂਦਾ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਹਿਰਦੈ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ।
ਇੱਥੇ ਵੀ ਸੇਵਕ ਦੇ ਕੱਕੇ ਨੂੰ ਸਿਹਾਰੀ ਹੈ, ਅਰਥਾਤ ਇਸਤਰੀ ਲਿੰਗ ਵਿੱਚ ਵਰਤਿਆ ਗਿਆ ਹੈ, ਅਰਥਾਤ ਕਵਲਾ ਉਹ ਦਾਸੀ ਬਣ ਜਾਂਦੀ ਹੈ। ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਵਾਹ ਕਰਦਾ ਹੈ, ਚੱਲਦਾ ਹੈ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ, ਉਹ ਕਮਲਾ ਜਿਹੜੀ ਹੈ, ਲక్ష్ਮੀ ਹੈ, ਜਿਹਦੀ ਲੋਕ ਪੂਜਾ ਕਰਦੇ ਨੇ, ਦੁਨੀਆ ਪੂਜਾ ਕਰਦੀ ਹੈ, ਉਹ ਉਸ ਮਨੁੱਖ ਦੀ ਦਾਸੀ ਬਣ ਜਾਂਦੀ, ਸੇਵਕ ਬਣ ਜਾਂਦੀ ਹੈ। ਇਹ ਵੀ ਪ੍ਰਮਾਤਮਾ ਦੇ ਨਾਮ ਦੀ ਕਰਾਮਾਤ। ਇੱਕ ਜਗ੍ਹਾ ਹੋਰ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਨਾਰਦ ਸਾਰਦ ਕਰੇ ਖਵਾਸੀ, ਨਾਰਦ ਮੁਨੀ ਵਰਗੇ ਤੇ ਸਾਰਦ ਮਾਨੇ ਸਰਸਵਤੀ ਦੇਵੀ ਵਰਗੇ, ਉਹਨਾਂ ਦੀ ਪੂਜਾ ਵੀ ਲੋਕੀ ਕਰਦੇ ਨੇ, ਨਾਰਦ ਦੀ ਕਰਦੇ ਨੇ, ਸਰਸਵਤੀ ਦੀ ਕਰਦੇ ਨੇ। ਆਮ ਤੌਰ ਤੇ ਦੇਖੋ ਕਦੀ ਕਿਸੇ ਕਲਾਕਾਰ ਦਾ ਇੰਟਰਵਿਊ ਆਉਂਦਾ ਨਾ, ਕੋਈ ਸੰਗੀਤਕਾਰ ਦਾ ਜਾਂ ਕਲਾਕਾਰ ਦਾ, ਉਹ ਹਮੇਸ਼ਾ ਸਰਸਵਤੀ ਦੀ ਸਟਾਰਟਿੰਗ 'ਚ ਬੜੀ ਗੱਲਾਂ ਕਰਦੇ ਨੇ ਬੰਦੇ, ਕਿਉਂਕਿ ਜਿੱਦਾਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਮਿਊਜ਼ਿਕ ਸਿਖਾਇਆ ਜਾਂਦਾ ਹੈ ਕਿ ਸਰਸਵਤੀ ਦੇਵੀ ਦੀ ਪੂਜਾ ਵਿਦਿਆ ਦੀ ਦੇਵੀ ਹੈਗੀ ਹੈ, ਸੰਗੀਤ ਦੀ ਦੇਵੀ ਹੈਗੀ ਹੈ। ਪਰ ਗੁਰਬਾਣੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਨੇ ਇਸ ਗੱਲ ਦੀ ਵੰਡੀਆਂ ਨਹੀਂ ਪਾਈਆਂ ਕਿ ਇਹ ਵਿਦਿਆ ਦਾ ਦੇਵੀ ਦੇਵਤਾ ਹੈ, ਇਹ ਖਜ਼ਾਨੇ ਦਾ ਦੇਵੀ ਦੇਵਤਾ ਹੈ, ਇੱਥੇ ਜਾਓ ਤੇ ਪੁੱਤਰ ਮਿਲੇਗਾ, ਇੱਥੇ ਜਾਓ ਤੇ ਧਰਮ ਮਿਲੇਗਾ, ਮੋਖ ਮਿਲੇਗਾ, ਜਾਂ ਇਹ ਹੋਏਗਾ, ਜਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਗੁਰੂ ਸਾਹਿਬ ਨੇ ਸਮਝਾਇਆ ਕਿ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਸਰਬ ਕਲਾ ਭਰਪੂਰ ਹੈ ਤੇ ਸਰਬ ਕਲਾ ਸਮਰੱਥ ਹੈ। ਸੋ ਉੱਥੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਨਾਰਦ ਸਾਰਦ ਕਰੇ ਖਵਾਸੀ, ਖਵਾਸੀ ਹੁੰਦੀ ਚੌਬਦਾਰੀ, ਸੇਵਾ ਕਰਨੀ, ਪਹਿਰੇਦਾਰੀ ਤੇ ਖੜੇ ਹੋਣਾ। ਕਹਿੰਦੇ ਕਿੰਨੇ ਹੀ ਨਾਰਦ ਕਿੰਨੇ ਸਾਰਦ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ 'ਚ ਲੱਗੇ ਹੋਏ ਨੇ। ਤੇ ਨਾਲ ਕੀ ਕਹਿੰਦੇ ਨੇ, ਕਹਿੰਦੇ ਪਾਸ ਬੈਠੀ ਬੀਬੀ ਕਵਲਾ ਦਾਸੀ, ਜਿਹੜੀ ਲక్ష్ਮੀ ਹੈਗੀ ਹੈ ਉਹ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਦਾਸੀ ਬਣ ਕੇ ਬੈਠੀ ਹੋਈ ਹੈ। ਤੇ ਜਗਤ ਇਹਦੀ ਪੂਜਾ ਕਰ ਰਿਹਾ ਨਾ, ਦਾਸੀਆਂ ਦੀ ਪੂਜਾ ਕਰਦਾ ਪਿਆ, ਦਾਸਾਂ ਦੀ ਪੂਜਾ ਕਰਦਾ ਪਿਆ, ਜਿਹੜੇ ਬਲਕਿ ਉਹ ਦੇਵੀ ਦੇਵਤੇ ਜਿਹੜੇ ਬਣਾਏ ਹੋਏ ਨੇ, ਭਾਂਤ-ਭਾਂਤ ਦੀ ਸ਼ਕਤੀ ਹੈਗੀ ਹੈ। ਸੋ ਗੁਰਬਾਣੀ ਇਹਨਾਂ ਗੱਲਾਂ ਤੋਂ ਸਾਨੂੰ ਸੁਚੇਤ ਕਰਦੀ ਹੈ। ਕਹਿੰਦੇ ਕਹੋ ਜਨ ਕਾ ਨਾ ਹੀ ਕਰਤਾ ਕੇ, ਕਹਿੰਦੇ ਭਾਈ ਜਿਸ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਉਸ ਕਵਲਾ ਦੇਵੀ ਨੇ ਤੱਕੀ ਹੋਈ ਹੈ, ਕਵਲਾ ਨੇ ਤੱਕੀ ਹੋਈ ਹੈ, ਕਹੋ ਜਨ, ਹੇ ਭਾਈ ਦੱਸੋ, ਕਾ ਨਾ ਹੀ ਕਰਤਾ ਕੇ, ਉਸ ਅਕਾਲ ਪੁਰਖ ਦੇ ਘਰ ਕੀ ਨਹੀਂ ਹੈਗਾ, ਕਿਹੜੀ ਸ਼ੈ ਨਹੀਂ ਹੈਗੀ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਫਿਰ ਕਹਿੰਦੇ ਸਭ ਕੋ ਆਖਹਿ ਜਾਸ ਕੀ ਬਾਤਾਂ, ਜਾਸ ਕੀ ਮੈਨੇ ਜਿਸ ਦੀ, ਉਹ ਅਕਾਲ ਪੁਰਖ ਜਿਹਦੀਆਂ ਬਾਤਾਂ ਸਾਰਾ ਜਗਤ ਪਾ ਰਿਹਾ, ਹਰ ਕੋਈ ਜਿੰਨੀ ਜਿਹਦੀ ਸਮਝ ਆ ਗਿਆ। ਦੇਖੋ ਕਰੋਨਾ ਆਇਆ, ਲੋਕਾਂ ਨੇ ਕਈ ਢੰਗਾਂ ਨਾਲ ਰੱਬ ਨੂੰ ਯਾਦ ਕੀਤਾ। ਕੋਈ ਕਹਿੰਦਾ ਸੀ ਕੁਦਰਤ ਨੂੰ ਖਰਾਬ ਕਰ ਦਿੱਤਾ ਹੈ, ਕੋਈ ਕਹਿੰਦਾ ਸੀ ਪੌਣ ਪਾਣੀ ਗੰਦਲਾ ਕਰ ਦਿੱਤਾ ਹੈ, ਕੋਈ ਕਹਿੰਦਾ ਮਨੁੱਖ ਜ਼ਿਆਦਾ ਅਫਰਿਆ ਸੀ, ਮਨੁੱਖ ਜ਼ਿਆਦਾ ਭੂਹੇ ਚੜਿਆ ਸੀ। ਸੋ ਉਹ ਲੈ ਦੇ ਕੇ ਉਸ ਗੱਲ ਦੀ ਗੱਲਾਂ ਹੀ ਕਰਦੇ ਨੇ। ਹਰ ਮਨੁੱਖ ਕਿਸੇ ਨਾ ਕਿਸੇ ਢੰਗ ਨਾਲ ਕਹਿੰਦਾ, ਕੋਈ ਕਹਿੰਦਾ ਵਾਹਿਗੁਰੂ ਦੇ ਰੰਗ ਦੇਖੋ ਜੀ ਕਿੱਦਾਂ ਹੋ ਗਿਆ ਜੀ, ਦੇਖੋ ਜੀ ਰੱਬ ਦਾ ਨਿਆਂ ਏਦਾਂ ਹੀ ਹੁੰਦਾ ਜੀ। ਜਿਲੇ ਕੋਈ ਡਾਢਾ ਜਿਹੜੇ ਬੰਦੇ ਨੇ ਜ਼ੁਲਮ ਕੀਤਾ ਹੋਵੇ, ਜਿਹੜੇ ਉਹਨੂੰ ਮਾਰ ਪੈਂਦੀ, ਕਹਿੰਦੇ ਦੇਖੋ ਜੀ ਰੱਬ ਦੇ ਰੰਗ ਦੇਖੋ। ਸੋ ਕਹਿਣ ਦਾ ਮਤਲਬ ਹੈ ਬੜੇ ਢੰਗਾਂ ਨਾਲ ਮਨੁੱਖ ਸਿੱਧੇ ਢੰਗ ਨਾਲ ਉਸ ਅਕਾਲ ਪੁਰਖ ਦੀ ਬਾਤਾਂ ਕਰਦਾ ਪਾਉਂਦਾ ਹੈ। ਸੋ ਕਹਿੰਦੇ ਨੇ ਸਭ ਕੋ ਕਹਿ ਜਾਸ ਕੀ ਬਾਤਾਂ, ਜਿਸ ਅਕਾਲ ਪੁਰਖ ਪਰਮਾਤਮਾ ਦੀਆਂ ਇਸ ਕੁਦਰਤ ਦੇ ਰਚਨਹਾਰ ਦੀਆਂ ਬਾਤਾਂ ਹਰ ਕੋਈ ਪਾ ਰਿਹਾ ਹੈ, ਸੋ ਸਮਰੱਥ, ਉਹ ਵਾਹਿਗੁਰੂ ਜੋ ਸਮਰੱਥ ਹੈ। ਨਿਜ ਪਤ ਹੈ ਦਾਤਾ, ਨਿਜ ਮਨੇ ਆਪਣਾ, ਪਤ ਮਨੇ ਤੈਨੂੰ ਸਿਹਾਰੀ ਹੈ। ਇਹਦੇ ਦੋ ਮਤਲਬ ਹੁੰਦੇ ਨੇ। ਇੱਕ ਦਾ ਮਤਲਬ ਹੁੰਦਾ ਹੈ ਇੱਜ਼ਤ, ਮੰਨੈ ਪਤ ਸਿਉ ਪ੍ਰਗਟ ਜਾਏ, ਇੱਥੇ ਮਤਲਬ ਹੈ ਇੱਜ਼ਤ। ਤੇ ਪਤ ਦਾ ਮਤਲਬ ਪਤੀ ਵੀ ਹੁੰਦਾ ਹੈ, ਖਸਮ। ਨਿਜ ਪਤ, ਉਹ ਸਾਡਾ ਸਾਰਿਆਂ ਦਾ ਮਾਲਿਕ ਹੈ ਤੇ ਦਾਤਾ ਹੈ। ਕਹਿ ਕਬੀਰ ਪੂਰਨ ਜਗ ਸੋਈ, ਭਗਤ ਕਬੀਰ ਜੀ ਕਹਿੰਦੇ ਨੇ ਵੀ ਕਬੀਰ ਇਹ ਕਹਿੰਦਾ ਹੈ ਕਿ ਇਸ ਜੱਗ ਵਿੱਚ ਉਹੀ ਮਨੁੱਖ ਪੂਰਨ ਹੈ। ਉਸੇ ਮਨੁੱਖ ਨੂੰ ਪੂਰਨ ਕਿਹਾ ਜਾ ਸਕਦਾ ਹੈ, ਉਪਾਈਆਂ ਤੋਂ ਸਖਣਾ ਕਿਹਾ ਜਾ ਸਕਦਾ ਹੈ, ਜਾਂ ਅਸੀਂ ਕਹਿ ਸਕਦੇ ਹਾਂ ਉਹਨੇ ਮਨੁੱਖਾ ਜਨਮ ਸਫਲ ਕਰ ਲਿਆ ਹੈ, ਜਾਂ ਉਹ ਵਿਕਾਰਾਂ ਦੇ ਟਾਕਰੇ ਡਟਿਆ ਹੋਇਆ ਹੈ, ਜਾਂ ਉਹਨੇ ਆਪਣਾ ਜਿਹੜਾ ਹੈ ਜੀਵਨ ਦਾ ਮਨੋਰਥ ਪ੍ਰਾਪਤ ਕਰ ਲਿਆ ਹੈ। ਜਾਂ ਕਹਿ ਹਿਰਦੈ ਅਵਰ ਨਾ ਕੋਈ, ਜਿਸ ਮਨੁੱਖ ਦੇ ਹਿਰਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਸ਼ੈ ਦੀ ਵਿਚਾਰ ਨਹੀਂ ਹੈ, ਤੇ ਉਹਦਾ ਜਿਹੜਾ 100% ਪਿਆਰ ਹੈ ਉਹ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੈ, ਜਿਹਨੂੰ ਭਾਵੇਂ ਰਾਮ ਕਹਿ ਲਓ, ਭਾਵੇਂ ਅੱਲਾ ਕਹਿ ਲਓ, ਭਾਵੇਂ ਮੁਰਾਰੀ ਕਹਿ ਲਓ, ਭਾਵੇਂ ਮਾਧਵ ਕਹਿ ਲਓ। ਇਹਦੇ ਬਾਰੇ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਹੈ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਉਹ ਅੱਗੇ ਦੇਖੀ ਹੋਰ ਸੁਖਮਨੀ ਸਾਹਿਬ ਦੇ ਇੱਕ ਪਦੇ ਵਿੱਚ ਬੜਾ ਗੁਰੂ ਸਾਹਿਬ ਨੇ ਇੱਕ ਤੇ ਜ਼ੋਰ ਦਿੱਤਾ ਹੈ, ਇੱਕੋ ਜਪ ਇੱਕੋ ਸਾਲਾ। ਇੱਕ ਅਕਾਲ ਪੁਰਖ ਦਾ ਨਾਮ ਜਪ ਤੇ ਇੱਕ ਦੀ ਸਿਫਤ ਸਲਾਹ ਕਰ, ਇੱਕ ਸਿਮਰ ਇੱਕੋ ਦਾ ਹੀ ਸਿਮਰਨ ਕਰ, ਇੱਕੋ ਮਨ ਆਹ।
ਇਹ ਆਹ ਦਾ ਮਤਲਬ ਹੈ ਤਾਂਗ ਰੱਖ, ਯਰਨਿੰਗ। ਸਿਰਫ ਇੱਕ ਦੀ ਮਨ ਵਿੱਚ ਤਾਂਗ ਰੱਖ, ਹੋਰ ਕਿਸੇ ਚੀਜ਼ ਦੀ ਤਾਂਗ ਨਾ ਰੱਖ। ਏਕਸ ਕੇ ਗੁਣ ਗਾਓ ਅਨੰਤ, ਏਕਸ ਦਾ ਮਤਲਬ ਇੱਕ ਦੇ ਹੀ ਅਨੰਤ ਗੁਣ ਉਹਦੇ ਗਾਈ ਜਾ। ਮਨ ਤਨ ਜਾਪ ਏਕ ਭਗਵੰਤ, ਮਨ ਕਰਕੇ ਤਨ ਕਰਕੇ ਆਪਣੇ ਹਿਰਦੇ ਵਿੱਚ ਵੀ ਤੇ ਆਪਣੇ ਕਰਮ ਇੰਦਰੀਆਂ ਦੇ ਰਾਹੀਂ ਵੀ ਇੱਕ ਭਗਵਾਨ ਦੀ ਜਾਪ ਕਰ। ਏਕੋ ਏਕ ਏਕ ਹਰ ਆਪ, ਉਹ ਵਾਹਿਗੁਰੂ ਆਪ ਹੀ ਆਪ ਹੈ। ਇਹ ਜੋ ਦ੍ਰਿਸ਼ਟਮਾਨ ਜਗਤ ਦੇਖ ਰਿਹਾ, ਸਾਰਾ ਪਸਾਰਾ ਦੇਖ ਰਿਹਾ ਹੈ, ਇਹ ਉਹਦਾ ਆਪਣਾ ਹੀ ਰੂਪ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ, ਉਹ ਵਾਹਿਗੁਰੂ ਭਰਪੂਰ ਪੂਰਨ ਹੈ, ਵਿਆਪਕ ਹੈ ਤੇ ਆਪਣੀ ਸ੍ਰਿਸ਼ਟੀ ਵਿੱਚ ਇੱਕਮਿਕ ਹੋਇਆ ਪਿਆ ਹੈ। ਅਨੇਕ ਵਿਸਥਾਰ ਏਕ ਤੇ ਬਹੇ, ਕਈ ਕਿਸਮ ਦੇ ਪਸਾਰੇ, ਕਈ ਕਿਸਮ ਦੇ ਆਕਾਰ ਉਸ ਇੱਕ ਅਕਾਲ ਪੁਰਖ ਤੋਂ ਹੀ ਪ੍ਰਗਟ ਹੋਏ ਹਨ। ਏਕ ਅਰਾਧ, ਇੱਕ ਨੂੰ ਅਰਾਧ ਕੇ, ਇੱਕ ਦਾ ਧਿਆਨ ਧਰ ਕੇ, ਇੱਕ ਦੀ ਪੂਜਾ ਕਰਕੇ ਪਰਾਛਤ ਗਏ। ਪਰਾਛਤ ਦਾ ਮਤਲਬ ਪਾਪ। ਸੋ ਜਿਹੜੇ ਗੁਰਮੁਖ ਨੇ ਉਹ ਕਰਮਾਂ ਦੇ ਜੰਜਾਲ ਤੋਂ, ਪਾਪਾਂ ਤੋਂ ਮੁਕਤ ਨੇ। ਸਾਨੂੰ ਕੋਈ ਇਹੋ ਜਿਹੇ ਕਿਸੇ ਸਨ ਆਫ ਗੋਡ ਦੀ ਲੋੜ ਨਹੀਂ ਜਿਹੜਾ ਸਲੀਬ ਤੇ ਚੜੇਗਾ ਤੇ ਪਾਪ ਆਪਣੇ ਉੱਪਰ ਲੈ ਲੇਗਾ, ਜਾਂ ਕੋਈ ਹਵਨ ਕਰਕੇ ਪਾਪ ਦੂਰ ਹੋ ਜਾਣਗੇ, ਜਾਂ ਕੋਈ ਕੀੜੀਆਂ ਨੂੰ ਸਤਨਾਜਾ ਪਾ ਕੇ ਪਾਪ ਦੂਰ ਹੋ ਜਾਣਗੇ, ਜਾਂ ਕਬੂਤਰਾਂ ਨੂੰ ਦੇ ਕੇ ਹੋ ਜਾਣਗੇ, ਜਾਂ ਕੋਈ ਕੁਰਬਾਨੀ ਦੇ ਕੇ ਪਾਪ ਪੂਰੇ ਹੋ ਜਾਣਗੇ, ਜਾਂ ਕੋਈ ਕਰਮਾਂ ਦੀ ਖੇਡ ਦਾ ਬੋਝ ਸਾਡੇ ਤੇ ਬਣਿਆ ਰਹੇਗਾ। ਗੁਰੂ ਸਾਹਿਬ ਨੇ ਬੜਾ ਸੋਹਣਾ ਸਾਨੂੰ ਤਰੀਕਾ ਦੱਸ ਦਿੱਤਾ ਹੈ ਵੀ ਏਕ ਅਰਾਧ ਪਰਾਛਿਤ ਗਏ, ਇੱਕ ਅਕਾਲ ਪੁਰਖ ਪਰਮਾਤਮਾ ਨੂੰ ਧਿਆ ਕੇ ਸਾਰੇ ਪਾਪ ਲੇਖਾ ਜੋਖਾ ਜਿਹੜਾ ਹੈ ਉਹ ਸਾਰਾ ਨਿਬੜ ਜਾਂਦਾ ਹੈ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਰਾਤਾ ਮੈਨੇ ਰਤਿਆ ਹੋਇਆ ਜਾਂ ਪਰੋਇਆ ਹੋਇਆ, ਭਿੱਜਿਆ ਹੋਇਆ। ਕਹਿੰਦੇ ਜਿਹਦਾ ਮਨ ਤਨ ਕਰਕੇ ਆਪਣੇ ਅੰਦਰ ਇੱਕ ਪ੍ਰਭੂ ਵਿੱਚ ਜੋ ਬੰਦਾ ਰਚਿਆ ਮਿਚਿਆ ਹੋਇਆ ਹੈ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਹੈ ਨਾਨਕ, ਉਸ ਮਨੁੱਖ ਨੇ ਫਿਰ ਇੱਕ ਪਰਮਾਤਮਾ ਦੇ ਨਾਲ ਸਾਂਝ ਪਾ ਲਈ ਹੈ, ਇੱਕ ਪਰਮਾਤਮਾ ਨੂੰ ਸਮਝ ਲਿਆ ਹੈ, ਉਹਨੂੰ ਜਾਣ ਲਿਆ ਹੈ। ਦੂਸਰਾ ਕੋਈ ਹੋਰ ਨਹੀਂ। ਜਦੋਂ ਅਸੀਂ ਕਹਿੰਦੇ ਆ ਇੱਕ ਰੱਬ ਦੀ ਅਸੀਂ ਆਰਾਧਨਾ ਕਰਦੇ ਹਾਂ ਤੇ ਇੱਕ ਬੜਾ ਇੰਪੋਰਟੈਂਟ ਹੈ ਕਿ ਇਹ ਕੋਈ ਇੱਕ ਰੱਬ ਨਹੀਂ, ਸਿਰਫ ਤੇ ਸਿਰਫ ਇੱਕ ਰੱਬ। ਇੱਕ ਜਿਹੜੇ ਕਹਿੰਦੇ ਆ ਤੇ ਇਹਦਾ ਦੂਜਾ ਕੋਈ ਨਹੀਂ ਹੈਗਾ। ਇਹ ਦੁਵਿਧਾ ਜਿਹੜੀ ਪ੍ਰੋਬਲਮ ਹੈ ਨਾ, ਇਹ ਸਾਰੇ ਧਰਮਾਂ ਵਿੱਚ ਹੈਗੀ ਹੈ। ਕਿਤੇ ਪ੍ਰਕਿਰਤੀ ਨੂੰ ਟੱਕਰ ਤੇ ਤਾ ਦਿੱਤਾ ਹੈ ਕਿ ਉਹਨਾਂ ਨੇ ਕਿ ਬ੍ਰਹਮ ਵੱਖਰਾ ਹੈ ਤੇ ਪ੍ਰਕਿਰਤੀ ਵੱਖਰੀ ਹੈ, ਜਾਂ ਈਸ਼ਵਰ ਵੱਖਰਾ ਹੈ ਤੇ ਬ੍ਰਹਮ ਵੱਖਰਾ ਹੈ, ਜਾਂ ਜੇ ਖੁਦਾ ਹੈਗਾ ਤੇ ਨਾਲ ਸ਼ੈਤਾਨ ਹੈਗਾ, ਜੇ ਗੋਡ ਹੈਗਾ ਤੇ ਨਾਲ ਸਾਤਨ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਉਲਝਣਾਂ ਹੈਗੀਆਂ, ਡਾਇਕੋਟੋਮੀ ਹੈ, ਇਹਨੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਹੋਇਆ। ਤੇ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਸੱਚਾ ਏਕ ਹੈ, ਦੁਹ ਵਿੱਚ ਹੈ ਸੰਸਾਰ। ਦੁਹ ਦੱਦੇ ਨੂੰ ਔਂਕੜ, ਹਾਹੇ ਨੂੰ ਔਂਕੜ, ਦੋ ਦੇ ਵਿੱਚ। ਇਹ ਸਾਰੇ ਸੰਸਾਰ ਦਾ ਜਿਹੜਾ ਵਰਤਾਰਾ ਹੈ ਇਹ ਦੋ ਵਿੱਚ ਹੈਗਾ, ਏਅਰ ਵਿੱਚ ਹੈਗਾ। ਜਿੱਥੇ ਜਨਮ ਹੈ ਉੱਥੇ ਮਰਨ ਹੈ, ਜਿੱਥੇ ਜਵਾਨੀ ਹੈ ਬੁਢਾਪਾ ਹੈ, ਭੋਗ ਹੈ ਤੇ ਰੋਗ ਹੈ, ਹਰਖ ਹੈ ਤੇ ਸੋਗ ਹੈ, ਸੁਖ ਹੈ ਤੇ ਦੁੱਖ ਹੈ, ਲਾਹਾ ਹੈ ਤੇ ਤੋਟਾ ਹੈ। ਪਰ ਇਹ ਸਾਰੀ ਖੇਡ ਦੇ ਵਿੱਚ ਅਕਾਲ ਪੁਰਖ ਨਿਰਲੇਪ ਹੈ। ਸੋ ਇਹ ਗੱਲ ਸਮਝਣੀ ਬੜੀ ਇੰਪੋਰਟੈਂਟ ਹੈ ਕਿ ਨਾਨਕ ਸੱਚਾ ਏਕ ਹੈ, ਦੋ ਵੀ ਹੈ ਸੰਸਾਰ। ਠੀਕ ਹੈ। ਸੋ ਕਹਿੰਦੇ ਸੱਚੇ ਬਾਜੋਂ ਕੋ ਅਵਰ ਨਾ ਦੁਆ, ਇੱਕ ਅਕਾਲ ਪੁਰਖ ਪਰਮਾਤਮਾ ਤੋਂ ਬਿਨਾ ਦੂਜੀ ਹੋਰ ਕੋਈ ਸ਼ੈ ਨਹੀਂ ਹੈਗੀ। ਦੂਜੇ ਲੱਗ, ਦੂਜੇ ਲਾਗ, ਜਗ ਖੱਪ ਖੱਪ ਮੂਆ, ਤੇ ਦੂਜੇ ਵਿੱਚ ਲੱਗ ਕੇ ਅਰਥਾਤ ਮਾਇਆ ਨਾਲ ਪਿਆਰ ਪਾ ਕੇ ਜੋ ਦ੍ਰਿਸ਼ਟਮਾਨ ਜਗਤ ਹੈ, ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਰਾਹੇ ਪੈ ਕੇ, ਚਾਹੇ ਕਰਮ ਕਾਂਡ ਦਾ ਰਸਤਾ ਹੈ, ਕਿਸੇ ਦੇਵੀ ਦੇਵੀ ਦਾ ਰਸਤਾ ਹੈ, ਕਿਸੇ ਮਨੁੱਖ ਦੀ ਪੂਜਾ ਹੈ, ਮਤਲਬ ਕਈ ਤਰੀਕੇ ਨੇ। ਜੇ ਚ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਨਾਮ ਆਰਾਧਨਾ ਨਹੀਂ ਹੈ, ਉਹ ਅਕਾਲ ਪੁਰਖ ਕੌਣ ਹੈ, ਕਿਹੜਾ ਹੈ, ਕਿੱਦਾਂ ਦਾ ਹੈ, ਉਹਦੀ ਹਸਤੀ ਕੀ ਹੈ, ਉਹ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਸਾਹਿਬ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਨੂੰ ਸਮਝਾਇਆ ਜਗਤ ਨੂੰ। ਕਹਿੰਦੇ ਦੂਜੇ ਲਾਗ ਜਗ ਖੱਪ ਖੱਪ ਮੂਆ, ਜਗਤ ਖੱਪ ਖੱਪ ਕੇ ਆਪਣਾ ਦੁਖੀ ਹੋ ਕੇ ਆਤਮਿਕ ਮੌਤ ਸਹੇੜਦਾ ਹੈ। ਪਰ ਕਹਿੰਦੇ ਗੁਰਮੁਖ ਹੋਵੇ, ਜੇ ਕੋਈ ਮਨੁੱਖ ਭਾਗਾਂ ਵਾਲਾ ਗੁਰਮੁਖ ਬਣ ਜਾਏ, ਗੁਰਮੁਖ ਦਾ ਬਣਨ ਦਾ ਕੀ ਮਤਲਬ ਹੈ, ਮੁਖ ਗੁਰੂ ਵੱਲ ਹੋ ਜਾਏ, ਅਰਥਾਤ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਵੇ। ਇਹੀ ਕੰਮ ਬੜਾ ਔਖਾ ਹੈ। ਕਹਿੰਦੇ ਮਨ ਕੀ ਮੱਤ ਤਿਆਗੋ ਹਰਜਨ, ਇਹਾ ਬਾਤ ਕਠੈਨੀ, ਇਹੀ ਬੜਾ ਔਖਾ ਕੰਮ ਹੈ। ਜਿਹੜੀ ਹਉਮੈ ਬੜੀ ਪ੍ਰਬਲ ਹੈ। ਮਨੁੱਖ ਸਮਝਦਾ ਮੈਂ ਤੇ ਇੰਨਾ ਪੜ੍ਹਿਆ ਲਿਖਿਆ ਹੈਗਾ, ਮੈਨੂੰ ਇੰਨਾ ਤਜਰਬਾ ਹੈਗਾ, ਮੇਰੇ ਮਗਰ ਇੰਨੇ ਬੰਦੇ ਲੱਗੇ ਹੋਏ ਨੇ, ਕੋਈ ਮੇਰੇ ਸਾਹਮਣੇ ਪੁਸਕਦਾ ਨਹੀਂ ਹੈਗਾ, ਕੋਈ ਮੇਰੀ ਕਹੀ ਗੱਲ ਨੂੰ ਨਕਾਰਦਾ ਨਹੀਂ ਹੈਗਾ, ਮੈਂ ਤੇ ਬੜਾ ਸਿਆਣਾ ਬੰਦਾ ਹੈਗਾ, ਮੈਨੂੰ ਬੜਾ ਤਜਰਬਾ ਹੈ, ਮੈਂ ਬੜੀਆਂ ਡਿਗਰੀਆਂ ਕੀਤੀਆਂ, ਸੋ ਮੈਨੂੰ ਗੁਰੂ ਦੀ ਲੋੜ ਹੀ ਨਹੀਂ, ਮੈਂ ਤੇ ਬਹੁਤ ਵਾਈਜ਼ ਹੈਗਾ, ਮੈਂ ਬੜਾ ਸਮਾਰਟ ਹੈਗਾ।
सो कहते गुरमुख होवे, जे मनुख गुरु की मत नूं ग्रहण कर लवे, गुरु नूं समर्पित हो जावे, फिर सो एको जाना है, फिर ओदी एक ना सांझ बनती है। ते फिर की हुंदा है, एको सेव सुख पावने। फिर एक दी सेवा विच जुट के, एक दा सिमरन करके, एक दे नाल सांझ बना के सदीवी सुख पावने, सदीवी सुख प्राप्त करता है बन गुरुमुख बन के। फिर कहते हों मांगो आन लजावो, हों मांगो आन। गुरु साहब कहते जे मैं किसी आन मैंने होर, जे मैं किसी एक अकाल पुरख नूं छड्ड के, वाहिगुरू नूं छड्ड के किसी होर कोलों मंगदा ते लजावो, आई फील एम्बैरेस्ड, मैनू शर्म आती है, मैनू शर्मिंदगी होती है, मैनू बेइज्जती महसूस होती है कि जे मैं अकाल पुरख नूं छड्ड के किसी होर कोलों मंगदा। कहते सगल छत्र पत, छत्र मैंने छत्र जिहड़ा कैनोपी होंदी है, पत फिर आ गया जो पति, खसम छत्र दा खसम अर्थात राजा, सारे सृष्टि दा राजा एक अकाल पुरख वाहिगुरू है, एको ठाकुर, सारे मनुखों दा, सारी कायनात दा, सारे ब्रह्मंड दा एक ठाकुर वही राजा है। कौन संसर लावूं, संसर बराबर, मैं किनू ओहदे बराबर ले आवां, मैं किसी नू उसदे बराबर नहीं गिन सकता, ओहदे वर्गा होर कोई नहीं हैगा। जैसा तू तैसा तू ही, क्या उपमा दी जाए, उपमा नहीं दी जा सकती, ਉਹਦਾ कंपैरिजन नहीं किया जा सकता। सो इस करके मैं एक अकाल पुरख नूं छड्ड के होर किसी दे अगे जाचना नहीं करता। एको लेवै एको देवै अवर ना दूजा मैं सुनिया, बड़ा स्पष्ट गुरु साहब ने कहा। कहते मैं तो दूजे बारे किसी नूं जानदा ही नहीं, वो एक ही है, वही दातां देण वाला है, वही लैण वाला है, वो जिंद पा दिंदा है, वो जिंद लै भी लैंदा। मारे राखे एको आप, मानू क्या किछ नाही आप, मारे राखे एको आप, शायद सदा सदा नानक हरजाब। मैं पहले मैनू भुलेखा पै रहा है पंक्ति विच दोष है, कई बार ना भुलेखा पै जांदा है, सो मैनू करैक्ट कर देना या तुसीं देख लेना मेरे को गलती ना हो रही हो। सो एको लेवै एको देवै अवर ना दूजा मैं सुनिया। गुरु ने जगत नूं सिर्फ एक नाल ही जोड़िया है। गुरु साहब जिथे भी गए, काजियां कोल गए, जोगियां कोल गए, ब्राह्मण कोल गए, जन साधारण कोल गए, सारियां नूं गुरु साहब ने इको ही सुनेहा दिता है कि भाई इतना जोड़ो। गुरु साहब ने कहा गुरा एक देह बुझाई, मैनू इको समझ दवो, सबना जियां का एक दाता, सो मैं विसर ना जाई। और वाकई महसूस होता कई बार कि इस एक समझ में सारी समझ आई है, जिहदे बारे सुखमनी साहब लिखे ना, प्रभ कै सिमरन सब किछ सुझै, यह गल बिल्कुल दुरुस्त है। इको समझ विच ही सारी समझ है, ते जे यह गल समझ नहीं आई फिर सब कुछ सारा कुछ ही बेसमझी वाला है। बस यह गल समझ लेनी चाहिए। मेरे मन एक स्यू चित लाए, हे मेरे मना एक परमात्मा दे नाल अपनी सुरत जोड़, सिर्फ एक परमात्मा दे नाल अपनी लगन बना। एक बिन सब तंद है, सब मिथ्या मोह माए, सारी मिथ्या जिन्ना माया दा मोह है बिल्कुल मिथ्या है, झूठा है, कूड़ है, ते एक बिन सब तंद है। जे तू अपने जीवन विचों अकाल पुरख वाहिगुरू नूं मनफी कर देगा, ते सारा जिहड़ा दुनिया दा जिहड़ा तेरा जगत दा वरतारा है, जिहड़ी तेरे जीवन दे नाल जुड़ियां गल्लां ने, चाहे समाजिक ने, परिवारक ने, विद्यक ने, किसी किस्म दियां, वो सारियां तेरे लिए जंजाल बन जाणगियां। जाली रैण जाल दिन हुआ, जेती घड़ी ते फाही तेती, रस रस चोग चुगे नित फासे, छूटस मुड़े कवन गुणी। पर जे एक अकाल पुरख नाल जुड़िया रहेगा, नानक वखाणे बेनती तुद बाज कूड़ो कूड़, तेरे तो बिना सारा कूड़ ही कूड़ है। सो गुरु साहब ने समझाया है कि उद्यम करेंदिया जी तू, कमावदिया सुख पुंच, ध्याएंदिया तू प्रभु मिल नानक तेरी चिंत, या हाथ पांव कर काम सब चीत निरंजन नाल। सो सिख दा, गुरसिख दा या जग्यासू जिहड़ा भी है, अपने आप नूं गुरु ग्रंथ साहिब जी दा श्रद्धालु मनदा है, ਉਹਦੇ जीवन का जो केंद्र बिंदु धुरा है वो गुरु दे अकाल पुरख दे उत्ते सिदक प्यार ते जिहड़ा ਉਹਦੇ ते जिहड़ा भरोसा, ਉਹਦੀ बंदगी है होना चाहिए। करण कारण, करण दा कारण, करण अकाल पुरख वाहिगुरू, करण कारण सृष्टि दा मूल, एक ओही जिन किया आकार। जिस अकाल पुरख ने ब्रह्मंड की रचना की है, आकार बनाया है, करण कारण एक ओही है। तिसे ध्यावो मन मेरे सर्व को आधार,
ਉਹ ਵਾਹਿਗੁਰੂ ਸਾਰਿਆਂ ਜੀਵਾਂ ਦਾ ਆਧਾਰ ਹੈ, ਆਸਰਾ ਹੈ। ਤੇ हे ਮੇਰੇ ਮਨ, ਸਿਰਫ ਤਿਸ ਨੂੰ ਹੀ, ਸਿਰਫ ਉਸ ਨੂੰ ਧਿਆਓ। ਗੁਰ ਕਿਹਾ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀ। ਗੁਰੂ ਸਾਹਿਬ ਨੇ ਸਾਨੂੰ ਸਮਝਾਤਾ ਕਿ ਸਿਰਫ ਇੱਕ ਇੱਕ ਹੈ, ਹੋਰ ਕੋਈ ਉਹਦੇ ਮੁਕਾਬਲੇ ਤੇ ਨਹੀਂ, ਹੋਰ ਕੋਈ ਨਾ ਸੀ, ਨਾ ਹੈ ਤੇ ਨਾ ਕਦੀ ਹੋਏਗਾ। ਇਹ ਵੀ ਬੜਾ ਝਮੇਲਾ ਹੈ, ਸਮਾਜ ਵਿੱਚ ਪਾਇਆ ਜਾਂਦਾ ਨਿਰਗੁਣ ਸਰਗੁਣ। ਅਸੀਂ ਜੀ ਨਿਰਗੁਣ ਦੀ ਪੂਜਾ ਕਰਦੇ ਹਾਂ, ਤੁਸੀਂ ਸਰਗੁਣ ਦੀ ਪੂਜਾ ਕਰਦੇ ਹੋ, ਜਾਂ ਅਸੀਂ ਸਰਗੁਣ ਦੀ ਪੂਜਾ ਕਰਦੇ। ਉਹ ਆਮ ਜਿਹੜਾ ਕਈ ਸਿੱਖਾਂ ਨੂੰ ਭੁਲੇਖੇ ਚ ਪਾਇਆ ਜਾਂਦਾ ਹੈ। ਸੋ ਇਹ ਵੀ ਗੁਰੂ ਸਾਹਿਬ ਨੇ ਬੜੀ ਜਗ੍ਹਾ ਬੜੇ ਵਿਸਥਾਰ ਦੇ ਨਾਲ ਨਿਰਗੁਣ ਸਰਗੁਣ ਲੈ ਕੇ ਸਮਝਾਇਆ ਕਿ ਨਿਰਗੁਣ ਤੇ ਸਰਗੁਣ ਵੱਖਰੇ ਵੱਖਰੇ ਨਹੀਂ ਹਨ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਇਹ ਸ਼ਬਦ ਹੈ ਗੁਰੂ ਅਰਜਨ ਪਾਤਸ਼ਾਹ ਜੀ ਦਾ। ਸ਼ਾਇਦ ਸਟਾਰਟਿੰਗ ਇਸ ਤਰ੍ਹਾਂ ਹੁੰਦੀ ਹੈ, ਜੋਗ ਜੁਗਤ ਸੁਣ ਆਇਓ ਗੁਰ ਤੇ। ਜੋਗ ਮੈਨੇ ਮਿਲਾਪ, ਜੁਗਤ ਮੈਨੇ ਤਰੀਕਾ। ਜੋਗ ਦੀ ਜੁਗਤ ਮੈਂ ਆਪਣੇ ਗੁਰੂ ਤੋਂ ਸੁਣ ਕੇ ਆਇਆ। ਜੋਗ ਜੁਗਤ ਸੁਣ ਆਇਓ ਗੁਰ ਤੇ, ਸਤਿਗੁਰ ਮੋਕੋ ਸ਼ਬਦ ਬੁਝਾਇਓ। ਇਸ ਤਰ੍ਹਾਂ ਹੈ ਸ਼ਬਦ, ਬਲਕਿ ਮੈਂ ਸਤਿਗੁਰੂ ਦੇ ਸ਼ਬਦ ਰਾਹੀਂ ਮੈਨੂੰ ਸਾਰੀ ਸਮਝ ਬੂਝ ਆ ਗਈ ਹੈ। ਤੇ ਦੀਖਿਆ ਹੁੰਦੀ ਹੈ ਸਿੱਖਿਆ। ਜੋਗੀਆਂ ਦੀ ਗੱਲ ਕੀਤੀ ਹੈ, ਜੋਗੀ ਮੁੰਦਰਾਂ ਪਾਉਂਦੇ ਨੇ। ਕਹਿੰਦੇ ਗੁਰੂ ਦੀ ਦੀਖਿਆ ਜਿਹੜੀ ਹੈ ਉਹ ਮੇਰੇ ਕੰਨਾਂ 'ਚ ਪਈਆਂ ਮੁੰਦਰਾਂ ਨੇ। ਜਿੱਦਾਂ ਜਪਜੀ ਸਾਹਿਬ ਗੁਰੂ ਸਾਹਿਬ ਨੇ ਕਿਹਾ ਮੁੰਦਾਂ ਸੰਤੋਖ, ਉੱਥੇ ਸੰਤੋਖ ਨੂੰ ਮੁੰਦਰਾਂ ਕਿਹਾ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਦੀ ਦੀਖਿਆ, ਗੁਰੂ ਦੀ ਸਿੱਖਿਆ, ਗੁਰੂ ਦੇ ਬਚਨ, ਗੁਰੂ ਦਾ ਉਪਦੇਸ਼ ਮੇਰੇ ਲਈ ਕੰਨਾਂ 'ਚ ਪਈਆਂ ਮੁੰਦਰਾਂ ਹਨ। ਤੇ ਇਸ ਉਪਦੇਸ਼ ਦੇ ਸਦਕਾ ਮੈਂ ਆਪਣੇ ਹਿਰਦੇ ਵਿੱਚ ਸਿਰਫ ਤੇ ਸਿਰਫ ਇੱਕ ਨਿਰੰਕਾਰ ਨੂੰ ਦ੍ਰਿੜ ਕੀਤਾ ਹੈ, ਪੱਕਾ ਕੀਤਾ ਹੈ। ਤੇ ਮੈਂ ਸਮਝ ਗਿਆ ਤੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੈ ਜੋ ਨਿਰੰਕਾਰ ਹੈ। ਸ਼ਲੋਕ, ਨਿਰੰਕਾਰ ਆਕਾਰ ਆਪ। ਨਿਰੰਕਾਰ ਦਾ ਮਤਲਬ ਨਿਰਜਮਾ ਆਕਾਰ, ਆਕਾਰ ਰਹਿਤ ਪ੍ਰਮਾਤਮਾ ਅਰਥਾਤ ਨਿਰਗੁਣ। ਉਹ ਵਾਹਿਗੁਰੂ ਆਪ ਹੀ ਆਪਣੇ ਆਪ ਨੂੰ ਆਕਾਰ ਦੇ ਵਿੱਚ ਪ੍ਰਗਟ ਕਰਦਾ ਹੈ। ਜਿਵੇਂ ਆਸਾ ਕੀ ਵਾਰ 'ਚ ਵੀ ਆਉਂਦਾ ਹੈ, ਪੌੜੀ ਪੜੀ ਜਾਂਦੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜਿਆ ਕਰ ਆਸਨ ਜਿੱਥੋਂ ਚਾਹੋ। ਸੋ ਆਪ ਨਿਰਗੁਣ ਸਰਗੁਣ ਏਕ। ਉਹ ਨਿਰਗੁਣ ਵੀ ਆਪ ਹੈ ਤੇ ਸਰਗੁਣ ਵੀ ਆਪ ਹੈ। ਉਹ ਵਾਹਿਗੁਰੂ ਜਦੋਂ ਆਕਾਰ ਬਣਾਉਂਦਾ ਹੈ ਤੇ ਮਾਇਆ ਦੇ 3 ਗੁਣਾਂ ਵਿੱਚੋਂ ਸਮਾ ਕੇ ਉਹਦੇ ਵਿੱਚ ਬੈਠ ਕੇ ਉਹ ਸਰਗੁਣ ਵੀ ਹੈ ਤੇ ਮਾਇਆ ਦੇ 3 ਗੁਣਾਂ ਨਿਰਲੇਪ ਹੈ, ਤੇ ਇਸ ਕਰਕੇ ਉਹ ਨਿਰਗੁਣ ਵੀ ਹੈ। ਕਹਿੰਦੇ ਏਕੇ ਏਕ ਬਖਾਨਨੋ ਨਾਨਕ ਏਕ ਅਨੇਕ। ਇਹ ਨਾਨਕ ਉਹ ਇੱਕ ਵਾਹਿਗੁਰੂ ਆਪਣੇ ਆਪ ਨੂੰ ਅਨੇਕਾਂ ਢੰਗਾਂ ਦੇ ਨਾਲ, ਅਨੇਕਾਂ ਰੂਪਾਂ ਵਿੱਚ, ਅਨੇਕਾਂ ਰੇਖਾਂ ਵਿੱਚ, ਅਨੇਕਾਂ ਰੰਗਾਂ ਵਿੱਚ ਪ੍ਰਗਟ ਕਰਦਾ ਹੈ। ਪਰ ਅਨੇਕ ਹੋਣ ਦੇ ਬਾਵਜੂਦ ਵੀ ਉਹ ਸਿਰਫ ਇੱਕ ਤੇ ਇੱਕ ਹੀ ਹੈ। ਉਹ ਵੱਖਰੀਆਂ ਵੱਖਰੀਆਂ ਸ਼ੈਹਾਂ ਨਹੀਂ ਹਨ। ਉਹ ਵਾਹਿਗੁਰੂ ਇੱਕ ਹੀ ਹੈ ਤੇ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੀ ਕਲਾ ਧਰ ਕੇ, ਆਪਣੀ ਸ਼ਕਤੀ ਪ੍ਰਗਟ ਕਰਕੇ ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਹੈ, ਹਿਪਨੋਟਾਈਜ਼ ਕੀਤਾ ਹੋਇਆ, ਮੰਤਰ ਮੁਗਧ ਕੀਤਾ ਹੋਇਆ ਹੈ, ਉਹ ਵਾਹਿਗੁਰੂ ਆਪ ਹੀ ਨਿਰਗੁਣ ਵੀ ਹੈ ਤੇ ਸਰਗੁਣ ਵੀ ਉਹੀ ਹੈ। ਇਹ ਸਾਰੀ ਗੱਲਾਂ ਦੀ ਸਮਝ ਜਾਂ ਇਲਮ ਜਾਂ ਥੋੜਾ ਬਹੁਤ ਜਿਹੜਾ ਅਸੀਂ ਸਵਾਦ ਆਉਂਦਾ ਹੈ, ਮਹਿਸੂਸ ਕਰਦੇ ਹਾਂ, ਇਹਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਹਰ ਪ੍ਰਾਣੀ ਆਪਣਾ ਸਹਿਜ ਪਾਠ ਕਰੇ। ਇਸ ਤੋਂ ਦੂਜਾ ਹੋਰ ਕੋਈ ਤਰੀਕਾ ਨਹੀਂ। ਆਪਣਾ ਨਿੱਜੀ ਰਿਸ਼ਤਾ ਗੁਰੂ ਦੇ ਨਾਲ ਬਣਾਉਣਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣਾ ਸਹਿਜ ਪਾਠ ਕਰਨਾ ਚਾਹੀਦਾ ਹੈ। ਤੁਸੀਂ ਸਟੂਡੈਂਟ ਹੋ, ਤੁਸੀਂ ਵਰਕਰ ਹੋ, ਨੌਕਰੀ ਕਰਦੇ ਹੋ, ਬਿਜ਼ਨਸਮੈਨ ਹੋ, ਰਿਟਾਇਰਡ ਹੋ, ਉਹਦੇ ਡਿਪੈਂਡ ਕਰੋ। ਤੁਸੀਂ 10 ਮਿੰਟ ਪਾਠ ਕਰਨਾ ਹੈ, ਤੁਸੀਂ ਅੱਧਾ ਘੰਟਾ ਕਰਨਾ ਹੈ, 4 ਘੰਟੇ ਕਰਨਾ ਹੈ, 6 ਘੰਟੇ ਕਰਨਾ, ਉਹ ਡਿਪੈਂਡ ਕਰਦਾ ਹੈ। ਇੱਦਾਂ ਦਾ ਕੋਈ ਨਹੀਂ, ਤੁਸੀਂ ਆਨੰਦ ਲਵੋ। ਇੱਕ ਅੰਕ ਕਰਨ ਨੂੰ ਸਿਰਫ ਤੇ ਸਿਰਫ 2.5 ਤੋਂ 3 ਮਿੰਟ ਲੱਗਦੇ ਨੇ। ਇਹ ਸਟਾਰਟਰਸ ਵਾਸਤੇ। ਹੌਲੀ ਹੌਲੀ ਵੀ ਕਰੋ ਤੇ 2.5 ਤੋਂ 3 ਮਿੰਟ। ਤੇ ਮੈਂ ਕੈਲਕੂਲੇਟ ਕੀਤਾ ਸੀਗਾ, ਤੇ ਜੇ ਇਹ 2.5-3 ਮਿੰਟ ਦੇ ਬੰਦਾ ਕੱਢ ਹੀ ਸਕਦਾ, ਇੱਕ ਅੰਕ ਕਰ ਲਓ ਤੇ 4 ਸਾਲ ਦੇ ਅੰਦਰ ਅੰਦਰ ਭੋਗ ਪੈ ਜਾਏਗਾ। ਨੋ ਪ੍ਰੋਬਲਮ, ਕੋਈ ਐਸੀ ਗੱਲ ਹੀ ਨਹੀਂ ਹੈਗੀ। ਜੇ 2 ਅੰਕ ਕਰ ਲਓ ਤੇ 2 ਸਾਲ ਦੇ ਅੰਦਰ ਭਾਗ ਪੈ ਜਾਏਗਾ। ਤੇ ਜੇ 4 ਅੰਕ ਕਰ ਲਓ, ਜਿਹਨੂੰ 10 ਮਿੰਟ ਲੱਗਦੇ ਨੇ, 2.5 ਗੁਣਾ 4 10 ਬਣਦਾ ਹੈ। 10 ਮਿੰਟ ਦੇ ਅੰਦਰ ਅੰਦਰ 4 ਅੰਕ ਹੋ ਜਾਂਦੇ ਨੇ ਤੇ 1 ਸਾਲ ਦੇ ਅੰਦਰ ਅੰਦਰ ਭੋਗ ਪੈ ਸਕਦਾ ਹੈ। ਅਰਥਾਤ ਜੇ ਕੋਈ ਪ੍ਰਾਣੀ ਰੋਜ਼ 10 ਅੰਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰੇ ਤੇ ਜਿੰਨੀ ਉਮਰ ਹੰਡਾਏਗਾ, ਜਿੰਨੇ ਸਾਲ ਹੰਡਾਏਗਾ,
उन्ने ਉਹਦੇ ਸਹਿਜ ਪਾਠ। ਚਲੋ ਉਹ ਤੋਂ ਥੋੜੇ ਘੱਟ ਕਰ ਲਓ, ਮਤਲਬ ਬਚਪਨ ਦੇ ਥੋੜੇ ਸਾਲ ਕੱਢਦੇ ਹੀ ਹੈ। ਪਰ ਮੈਂ ਸਮਝਦਾ ਕਿ ਕੋਈ ਉਡੀਕ ਨਾ ਕਰੋ ਕਿ ਸੰਥਿਆ ਲੈਣੀ ਹੈ, ਵਿਆਕਰਣ ਸਿੱਖਣਾ ਹੈ, ਉਚਾਰਨ ਸਿੱਖਣਾ ਹੈ। ਔਨ ਦਾ ਵੇ ਗਲਤੀਆਂ ਆਪਣੀ ਸੁਧਰਦੀਆਂ। ਸੋ ਸੰਥਿਆ ਦਾ ਮਤਲਬ ਹੈ ਵਿਦਿਆ ਲੈਣੀ। ਅੱਜ ਕੱਲ੍ਹ ਵਿਦਿਆ ਸੀ ਊੜਾ ਊਂਠ, ਐੜਾ ਅੰਬ, ਈੜਾ ਈੜੀ ਇੰਜਨ, ਸੱਸਾ ਸੱਪ, ਹਾਹਾ ਹਲ। ਇਹ ਸੰਥਿਆ ਹੋ ਗਈ, ਹੋਰ ਸੰਥਿਆ ਕੀ ਹੁੰਦੀ? ਇਹੀ ਸੰਥਿਆ। ਸੋ ਇਸ ਕਰਕੇ ਜਿਹੜੇ ਮਾਪੇ ਨੇ, ਜਿਵੇਂ ਬੱਚਾ ਹੋਸ਼ ਸੰਭਾਲ ਲਵੇ, ਉਹਨੂੰ ਛੋਟੇ ਗੁਟਕਾ ਦੇ ਕੇ, ਪੋਥੀਆਂ ਦੇ ਕੇ, ਕਿਤਾਬ ਦੇ ਕੇ ਗੁਰਬਾਣੀ ਨਾਲ ਜੋੜੋ। ਇਸ ਤੋਂ ਵਧੀਆ ਗੱਲ ਉਸ ਬੱਚੇ ਦੇ ਜੀਵਨ ਲਈ ਕੋਈ ਨਹੀਂ ਹੋ ਸਕਦੀ। ਫਿਰ ਤੁਸੀਂ ਆਪਣੇ ਬੱਚੇ ਬਾਰੇ ਬਿਲਕੁਲ ਨਿਸ਼ਚਿੰਤ ਹੋ ਸਕਦੇ ਹੋ। ਉਹਦੇ ਕਰੀਅਰ ਬਾਰੇ, ਉਹਦੇ ਜੀਵਨ ਬਾਰੇ, ਉਹਦੀ ਜਿਹੜੀ ਬਾਂਹ ਹੈ ਤੁਸੀਂ ਗੁਰੂ ਨੂੰ ਫੜਾ ਦਿਓ। ਠੀਕ ਹੈ ਨਾ। ਸੋ ਅਕਾਲ ਪੁਰਖ ਵਾਹਿਗੁਰੂ, ਗੁਰੂ ਜੋ ਹੈ ਉਹ ਸਭ ਤੋਂ ਵਧੀਆ ਮਾਤਾ ਹੈ, ਸਭ ਤੋਂ ਵਧੀਆ ਪਿਤਾ ਹੈ, ਸਭ ਤੋਂ ਵਧੀਆ ਸਾਡਾ ਮਿੱਤਰ ਹੈ, ਸਭ ਤੋਂ ਵਧੀਆ ਸਾਡਾ ਰਿਸ਼ਤੇਦਾਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋ ਕਿਹਾ ਕਾੜਾ ਜੀਓ। ਪਰ ਗੁਰੂ ਐਸੀ ਸ਼ਖਸੀਅਤ ਹੈ ਜਿਹਦੇ ਨਾਲ ਸਾਨੂੰ ਕਿਸੇ ਕਿਸਮ ਦਾ ਰਿਸਕ ਨਹੀਂ ਹੈਗਾ। ਆਮ ਲੋਕਾਂ ਨੂੰ ਨਾ ਇੱਕ ਉਲਾਮਾ ਹੁੰਦਾ ਵੀ ਯਾਰ ਮੈਂ, ਬੰਦਾ ਕਈ ਵਾਰੀ ਇਮੋਸ਼ਨਲ ਹੋ ਜਾਂਦਾ ਤੇ ਆਪਣੇ ਦੁੱਖ ਸੁੱਖ ਕਿਸੇ ਆਪਣੇ ਨੇੜਲੇ ਨਾਲ ਸਾਂਝਾ ਕਰ ਲੈਂਦਾ, ਸ਼ਰੀਕੇ ਚੋਂ, ਰਿਸ਼ਤੇਦਾਰੀ ਚੋਂ ਕਿਸੇ ਨਾਲ। ਉਹਦੇ ਬੰਦੇ ਦੇ ਦੂਜਾ ਜਿਹੜਾ ਬੰਦਾ ਉਹਦੇ ਢਿੱਡ 'ਚ ਵੀ ਗੱਲ ਨਹੀਂ ਰਹਿੰਦੀ, ਉਹ ਕਿ ਚਾਰ ਬੰਦਿਆਂ ਨੂੰ ਸੁਣਾਉਂਦਾ। ਫਿਰ ਬੰਦਾ ਕਹਿੰਦਾ ਯਾਰ ਮੈਂ ਤੈਨੂੰ ਗੱਲ ਸਾਂਝੀ ਕੀਤੀ ਤੇ ਤੂੰ ਮੇਰੀ ਭੰਡੀ ਕਰ ਦਿੱਤੀ। ਸੋ ਮੈਂ ਕਹਿੰਦਾ ਵੀ ਉਹ ਗੱਲ ਕੀਤੀ ਕਿਉਂ ਜਾਵੇ। ਗੁਰਬਾਣੀ 'ਚ ਇੱਕ ਪੰਕਤੀ ਆਉਂਦੀ, ਕਹਿੰਦੇ ਗੋਹੋ ਜੀ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਬ ਸੁਖ ਪਾਈਐ। ਗੋਹੋ ਜੀ ਗੱਲ ਦੀ ਗੱਲ, ਗੁੱਝੀ ਗੱਲ, ਉਹ ਗੱਲ ਜਿਹੜੀ ਤੁਸੀਂ ਆਪਣੇ ਨੇੜਲੇ ਤੋਂ ਨੇੜਲੇ ਮਿੱਤਰ ਨਾਲ ਵੀ ਨਹੀਂ ਕਰ ਸਕਦੇ। ਮੈਂ ਕਹਾਂਗਾ ਕਿ ਪਤਨੀ ਪਤੀ ਨਾਲ ਨਹੀਂ ਕਰ ਸਕਦੀ, ਪਤੀ ਪਤਨੀ ਨਾਲ ਨਹੀਂ ਕਰ ਸਕਦਾ, ਬੱਚੇ ਮਾਤਾ ਪਿਤਾ ਨਾਲ ਨਹੀਂ ਕਰ ਸਕਦੇ, ਪਰ ਗੁਰੂ ਐਸਾ ਹੈ, ਸਮਰੱਥ ਹੈ, ਗੁਰੂ ਨਾਲ ਗੱਲਾਂ ਕਰੋ। ਸੋ ਬਾਣੀ ਪੜ੍ਹਨੀ ਗੁਰੂ ਨਾਲ ਗੱਲਾਂ ਕਰਨ ਦੇ ਤੁਲ ਹੈ। ਸਾਰੇ ਪਾਪ ਧੋਤੇ ਜਾਣਗੇ, ਸਾਰੇ ਭਾਰ ਲੱਥ ਜਾਣਗੇ, ਜੀਵਨ ਬੜਾ ਵਧੀਆ ਹੋ ਜਾਏਗਾ। ਸੋ ਇਸ ਕਰਕੇ ਸਭ ਤੋਂ ਵਧੀਆ ਜਿਹੜਾ ਹੈ ਸਰਗੁਣ ਨਿਰਗੁਣ, ਜਿਹੜੀਆਂ ਕੁਝ ਗੂੜ ਗੱਲਾਂ ਹੁੰਦੀਆਂ ਨੇ, ਸਾਨੂੰ ਪਹਿਲੀ ਵਾਰ ਪਹਿਲੀ ਨਜ਼ਰੇ ਨਹੀਂ ਪਤਾ ਲੱਗਦੀਆਂ, ਇਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਇਹਨਾਂ ਦਾ ਆਨੰਦ ਲਿਆ ਜਾ ਸਕਦਾ ਹੈ। ਸੋ ਅੱਗੇ ਚਲੀਏ। Do not serve every Tom, Dick and Harry। ਇੱਕ ਮੁਹਾਵਰਾ ਅੰਗਰੇਜ਼ੀ ਦਾ, ਟੌਮ ਡਿਕ ਐਂਡ ਹੈਰੀ। ਇਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਜਣਾ ਖਣਾ, ਐਰਾ ਗੈਰਾ ਨੱਥੂ ਖੈਰਾ। ਗੁਰੂ ਸਾਹਿਬ ਨੇ ਕਿਹਾ ਵੀ ਭਾਈ ਐਵੇਂ ਜਣੇ ਖਣੇ ਦੀ ਚਾਕਰੀ ਨਾ ਕਰੋ, ਜੋ ਕੀਤੇ ਦੀ ਪੂਜਾ ਨਾ ਕਰੋ, ਜੋ ਕਰਤਾ ਹੈ ਉਹਦੀ ਪੂਜਾ ਕਰਨੀ ਹੈ। ਕਹਿੰਦੇ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ। ਇਹ ਅਵੇ ਤਵੇ ਦੀ, ਜਣੇ ਖਣੇ ਦੀ, ਕੋਈ ਐਮਐਲਏ ਦੀ ਚਾਕਰੀ ਕਰ ਰਿਹਾ ਹੈ, ਕੋਈ ਡੀਸੀ ਦੀ ਕਰ ਰਿਹਾ ਹੈ, ਕੋਈ ਧਨਾਟਾਂ ਦੀ ਕਰ ਰਿਹਾ ਹੈ, ਕੋਈ ਸਰਮਾਏਦਾਰਾਂ ਦੀ ਕਰ ਰਿਹਾ ਹੈ, ਕੋਈ ਸਰਪੰਚਾਂ ਦੀ ਕਰ ਰਿਹਾ ਹੈ, ਕੋਈ ਕਹਿੰਦਾ ਕਿਸੇ ਨੇ ਡੀਐਸਪੀ ਨੇ ਯਾਰੀ ਬਣਾਈ ਹੋਈ, ਕਹਿੰਦਾ ਜੀ ਉਹਨਾਂ ਬਣਾ ਕੇ ਰੱਖਣੀ ਚਾਹੀਦੀ ਹੈ, ਕਿਸੇ ਨੇ ਆਈਜੀ ਨਾਲ ਬਣਾ ਕੇ ਰੱਖੀ ਹੋਈ ਹੈ, ਕਿਸੇ ਨੇ ਕਿਹਦੇ ਨਾਲ, ਕਿਸੇ ਨਾਲ ਕੋਈ ਆਪਣੇ ਘਰ ਫੋਟੋ ਲਾਈ ਫਿਰਦਾ ਡਰਾਇੰਗ ਰੂਮ 'ਚ, ਦੇਖੋ ਜੀ ਇਹ ਮੇਰੀ ਚੀਫ ਮਿਨਿਸਟਰ ਨਾਲ ਫੋਟੋ ਹੈਗੀ ਹੈ। ਉਹ ਕਈ ਚੀਫ ਮਿਨਿਸਟਰ ਬਣ ਕੇ ਚਲੇ ਵੀ ਜਾਂਦੇ, ਬੰਦੇ ਭੁੱਲ ਵੀ ਜਾਂਦੇ ਨੇ। ਸੋ ਇਹ ਜਿਹੜੀ ਚੀਜ਼ਾਂ ਨੇ, ਇਹ ਬੜੀਆਂ ਹਲਕੇ ਕਿਸਮ ਦੀਆਂ ਜਿਹੜੀਆਂ ਹਰਕਤਾਂ ਨੇ। ਸੋ ਗੁਰੂ ਸਾਹਿਬ ਨੇ ਕਿਹਾ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ। ਇਹ ਅਵੇ ਤਵੇ ਦੀ ਚਾਕਰੀ ਕਰਕੇ ਅਕਾਲ ਪੁਰਖ ਪਰਮਾਤਮਾ ਦੀ ਹਜ਼ੂਰੀ, ਪਿਆਰ, ਨਿੱਘ, ਉਹ ਅਵੈਦਾਨ, ਉਹ ਕਦੇ ਨਹੀਂ ਮਿਲ ਸਕਦਾ। ਸੋ ਜੇ ਚਾਕਰੀ ਕਰਨੀ ਹੈ ਤੇ ਸਿਰਫ ਅਕਾਲ ਪੁਰਖ ਦੀ ਕਰੋ। ਔਰ ਅੱਗੇ ਇਸ ਪੰਕਤੀ 'ਚ ਗੁਰੂ ਸਾਹਿਬ ਨੇ ਹੋਰ ਪਤਾ ਕੀ ਕਿਹਾ, ਕਹਿੰਦੇ ਪੱਥਰ ਕੀ ਬੇੜੀ ਜੇ ਚੜਾਏ ਔਰ ਨਾਲ ਬੁੜਾਵੇ। ਇਹ ਤੇ ਕਹਿੰਦੇ ਅਵੇ ਤਵੇ ਕੀ ਚਾਕਰੀ ਇਦਾਂ ਕਿ ਜਿਹੜਾ ਬੰਦਾ ਪੱਥਰ ਦੀ ਬੇੜੀ ਵਿੱਚ ਚੜ ਕੇ ਸਾਗਰ ਪਾਰ ਕਰਨ ਦੀ ਕੋਸ਼ਿਸ਼ ਕਰੇ, ਤੇ ਇਹੋ ਜਿਹਾ ਬੰਦਾ ਤੇ ਕਹਿੰਦੇ ਭਰਨਾਲ ਬੁੜਾਵੇ, ਡੂੰਘੇ ਪਾਣੀ ਵਿੱਚ ਸਮਝੋ ਡੁੱਬਿਆ ਸਮਝੋ, ਜਿਹੜਾ ਬੰਦਾ ਅਵੇ ਤਵੇ ਕੀ ਮਨੁੱਖਾਂ ਦੀ ਚਾਕਰੀ ਕਰਦਾ ਹੈ। ਤੇ ਕਹਿੰਦੇ ਵਜ੍ਹਾ ਸਾਹਿਬ ਕਾ ਸੇਬ ਬਿਰਾਨੀ, ਬਿਰਾਨੀ मैंने बेगानी, वजह मैंने तनख्वाह, गुना मैंने गलतियां गुस्ताखियां, अछाद्यो, अछाद्यो मैंने ढकिया होया ਉਹਦੇ ਪ੍ਰਭਾਵ ਦੇ ਅਧੀਨ। ਇਹ ਮੂਲ ਸ਼ਬਦ ਹੈਗਾ ਛਾਦਨ। ਛਾਦਨ ਦਾ ਮਤਲਬ ਹੁੰਦਾ ਕਪੜਾ, ਤੇ ਛਾਦਿਓ ਮੈਨੇ ਕਪੜਾ ਪਾਇਆ ਹੋਇਆ, ਢਕਿਆ ਹੋਇਆ ਉਹਦੇ ਪ੍ਰਭਾਵ ਅਧੀਨ। ਕਹਿੰਦੇ ਐਸੇ ਗੁਨਾਹ ਅਛਾਦਿਓ ਪ੍ਰਾਣੀ, ਜਿਹੜਾ ਪ੍ਰਾਣੀ ਹੈ ਮਾਇਆ ਦੇ ਚੱਕਰ ਵਿੱਚ ਪੈ ਕੇ, ਮਾਇਆ ਨਾਲ ਮੋਹ ਪਾ ਕੇ ਐਸੇ ਗੁਨਾਹਾਂ ਤੇ ਪ੍ਰਭਾਵ ਅਧੀਨ ਆ ਜਾਂਦਾ ਹੈ, ਐਸੇ ਵਿਕਾਰਾਂ ਦੇ ਅਧੀਨ ਆ ਜਾਂਦਾ ਹੈ। ਤੇ ਵਜ੍ਹਾ ਸਾਹਿਬ ਕਾ ਸੇਬ ਬਿਰਾਨੀ, ਉਹ ਇਦਾਂ ਕਰਦਾ ਹੈ, ਫਿਰ ਉਹਦਾ ਬਿਹੇਵੀਅਰ ਇਦਾਂ ਹੋ ਜਾਂਦਾ ਹੈ ਕਿ ਤਨਖਾਹ ਦੇ ਮਾਲਿਕ ਕੋ ਲੈ ਰਿਹਾ ਤੇ ਸੇਵਾ ਕਿਸੇ ਹੋਰ ਦੀ ਕਰਦਾ ਪਿਆ, ਨੌਕਰੀ ਕਿਸੇ ਹੋਰ ਦੀ ਕਰੀ ਜਾ ਰਿਹਾ। ਇਸ ਤੋਂ ਘਟੀਆ ਹਰਕਤ ਹੋਰ ਕਿਹੜੀ ਹੋ ਸਕਦੀ ਹੈ। ਅਕਾਲ ਪੁਰਖ ਦੀ ਦਿੱਤੀ ਹਵਾ 'ਚ ਸਾਹ ਲੈਂਦੇ ਆ, ਉਹਦਾ ਦਿੱਤਾ ਪਾਣੀ ਪੀਂਦੇ ਆ। ਸੁਖਮਨੀ ਸਾਹਿਬ 'ਚ ਗੁਰੂ ਸਾਹਿਬ ਕਿੰਨਾ ਸੋਹਣਾ ਸਮਝਾਉਂਦੇ ਨੇ, ਜੈ ਪ੍ਰਸਾਦ ਧਰੂ ਪਰ ਸੁਖ ਬਸੇ, ਸੁਤ ਭਰਾਤ ਮੀਤ ਬੰਤਾ ਸੰਗ ਹਸੇ, जय प्रसाद पीवे शीतल जला, सुखदाई पवन पावक अमूला, जय प्रसाद भोगे सब रसा,
सगल समग्री संग साध बसा, दीने हथ पाव करण नेत्र रसना, तिसे त्याग अवर संग रचना, ऐसे दोख मूड अंध व्यापे, नानक काढ़ लियो प्रभापे। इस तो बड़ा गुनाह कोई नहीं हो सकता। गोविंद हम ऐसे अपराधी, जिन पर जियो पिंड था दिया, तिसकी पाओ भगत नहीं साधी। सो तनख्वाह किसी होर को लेनी ले जानी ਤੇ ਕੰਮ ਕਿਸੇ ਹੋਰ ਦਾ ਕਰੀ ਜਾਣਾ। ਤੁਸੀਂ ਇਮੇਜਿਨ ਕਰੋ, ਤੁਸੀਂ ਕੋਈ ਇੰਪਲੋਇਰ ਹੋ, ਤੁਸੀਂ ਇੰਪਲੋਈ ਰੱਖਿਆ ਹੋਵੇ, ਉਹਨੂੰ ਤਨਖਾਹ ਦਿੰਦੇ ਹੋਏ ਤੇ ਤੁਹਾਨੂੰ ਪਤਾ ਲੱਗੇ ਤਨਖਾਹ ਤੁਹਾਡੇ ਕੋਲ ਲੈ ਰਿਹਾ ਤੇ ਕੰਮ ਕਿਸੇ ਹੋਰ ਦਾ ਕਰੀ ਜਾ ਰਿਹਾ, ਤੇ ਇਹੋ ਜਿਹੇ ਮਨੁੱਖ ਨੂੰ ਕਿੰਨੀਆਂ ਲਾਹਨਤਾਂ ਪੈਣੀਆਂ ਚਾਹੀਦੀਆਂ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸੋ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਣੇ ਖਣੇ ਦੀ ਪੂਜਾ ਵਿੱਚ ਲੱਗਾ ਹੋਇਆ ਹੈ, ਕੋਈ ਸ਼ਕਤੀਆਂ ਦੀ ਪੂਜਾ 'ਚ ਲੱਗਾ ਹੈ, ਕੋਈ ਦੇਵੀ ਦੇਵਤਿਆਂ ਦੀ ਪੂਜਾ 'ਚ ਲੱਗਾ ਹੈ, ਕੋਈ ਪੂਜਾ 'ਚ ਲੱਗਾ ਹੈ, ਤੇ ਕੋਈ ਮਨੁੱਖਾਂ ਨੂੰ ਹੀ ਰੱਬ ਕਹੀ ਜਾਂਦਾ ਹੈ, ਹਨਾ। ਸੋ ਇਹੋ ਜਿਹੇ ਮਨੁੱਖਾਂ ਦੇ ਬਾਰੇ ਗੁਰੂ ਸਾਹਿਬ ਨੇ ਏਦਾਂ ਸਮਝਾਇਆ। ਫਿਰ ਕਹਿੰਦੇ ਜੋ ਜਾਚੋ ਨੇ ਜਾਚਨਾ ਕਰਨੀ, ਮੰਗਣਾ ਬੇਨਤੀ ਕਰਨੀ। ਕਹਿੰਦੇ ਜਦੋਂ ਵੀ ਮੈਂ ਜਾਚਨਾ ਕਰਦਾ ਮੰਗਦਾ ਤਾਂ ਕੇਵਲ ਰਾਮ, ਤੇ ਮੈਂ ਸਿਰਫ ਆਪਣੇ ਰਾਮ ਪਿਆਰੇ ਤੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਦਾ। ਆਨ ਦੇਵ ਸਿਉ ਨਾ ਹੀ ਕਾਮ, ਆਨ ਮਾਨੇ ਹੋਰ, ਦੇਵ ਹੋਰ ਜਿਹੜੇ ਕੋਈ ਦੇਵੀ ਦੇਵਤੇ ਨੇ, ਮੇਰਾ ਉਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ, ਮੇਰਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪੇਪਰ ਬੋਟ ਕੈਨੋਟ ਫੈਰੀ ਯੂ ਅਕ੍ਰੋਸ। ਮੈਨੂੰ ਯਾਦ ਹੈ ਛੋਟੇ ਹੁੰਦੇ ਤੁਸੀਂ ਵੀ ਦੇਖਿਆ ਹੋਣਾ, ਸਾਰਿਆਂ ਨੇ ਕੀਤਾ ਹੋਣਾ ਇਹ ਕੰਮ, ਕਿ ਜਦੋਂ ਮੀਂਹ ਪੈਂਦਾ ਨਾ ਤੇ ਪਾਣੀ ਗਲੀਆਂ 'ਚ ਇਕੱਠਾ ਹੋ ਜਾਂਦਾ ਸੀ ਸਾਡੇ ਇੰਡੀਆ ਵਿੱਚ। ਤੇ ਬਾਹਰ ਤੇ ਖੈਰ ਏਦਾਂ ਨਹੀਂ ਹੁੰਦਾ, ਉੱਥੇ ਡਰੇਨੇਜ ਸਿਸਟਮ ਐਫੀਸ਼ੀਐਂਟ ਹੈਗਾ। ਇੱਥੇ ਪਾਣੀ ਇਕੱਠਾ ਹੋ ਜਾਣਾ ਤੇ ਅਸੀਂ ਨਿਆਣੇ ਨੇ ਕੀ ਕਰਨਾ, ਬੜਾ ਉੱਚ ਛਾਲਾਂ ਮਾਰਨੀਆਂ, ਹਨਾ। ਪਾਣੀ ਉਦੋਂ ਸਾਫ਼ ਹੁੰਦਾ ਸੀ, ਇੰਨਾ ਗੰਦ ਨਹੀਂ ਹੁੰਦਾ ਸੀਗਾ, ਤੇ ਅਸੀਂ ਕੀ ਕਰਨਾ, ਕਾਗਜ਼ ਦੀਆਂ ਬੇੜੀਆਂ ਬਣਾ ਕੇ, ਕਿਸ਼ਤੀਆਂ ਬਣਾ ਕੇ ਤਾਰਨੀਆਂ। ਉਹ ਕਹਿੰਦਾ ਇਹਦੇ ਮੇਰੀ ਕਿਸ਼ਤੀ ਹੈ, ਮੇਰੀ ਕਿਸ਼ਤੀ, ਉੱਥੇ ਪਹੁੰਚ ਗਈ। ਤੇ ਉਹ ਦੇਖਦੇ ਦੇਖਦੇ ਉਹ ਕਾਗਜ਼ ਗਲ ਜਾਂਦਾ ਸੀ, ਡੁੱਬ ਜਾਂਦੀ ਸੀ। ਤੇ ਮੈਨੂੰ ਯਾਦ ਆਉਂਦਾ ਕਦੀ ਕਿਸੇ ਨਿਆਣੇ ਨੇ ਇਹ ਨਹੀਂ ਕਿਹਾ, ਉਹ ਭਾਵੇਂ ਨਿਆਣੇ ਸੀਗੇ, ਕੋਈ ਸਮਝ ਨਹੀਂ ਸੀਗੀ, ਪਰ ਕਦੀ ਕਿਸੇ ਨਿਆਣੇ ਨੇ ਇਹ ਨਹੀਂ ਕਿਹਾ ਵੀ ਉਹ ਕਾਗਜ਼ ਦੀ ਕਿਸ਼ਤੀ 'ਚ ਬੈਠ ਕੇ ਅਸੀਂ ਗਲੀ ਤੋਂ ਉਸ ਪਾਰ ਚਲੇ ਜਾਈਏ। ਇਹ ਕੰਮ ਕਿਸੇ ਨੇ ਨਹੀਂ ਕੀਤਾ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਤਿਆਗ, ਅੱਗੇ ਨੂੰ ਸਿਹਾਰੀ ਤਿਆਗ ਕੇ, ਛੱਡ ਕੇ, ਸਵਾਮੀ ਮਾਲਕ ਨੂੰ ਛੱਡ ਕੇ, ਆਨ ਕੋ ਚਿਤਵਤ, ਆਨ ਮਾਨੇ ਹੋਰ ਨੂੰ, ਚੇਤੇ ਕਰਦੇ ਨੇ, ਮਨ ਵਿੱਚ ਵਸਾਉਂਦੇ ਨੇ, ਯਾਦ ਕਰਦੇ ਨੇ, ਸਿਮਰਨ ਕਰਦੇ ਨੇ। ਤਿਆਗ ਸਵਾਮੀ ਆਨ ਕੋ ਚਿਤਵਤ। ਤੇ ਗੁਰੂ ਅਰਜਨ ਪਾਤਸ਼ਾਹ ਕਿੰਨੇ ਸਖਤ ਸ਼ਬਦ ਵਰਦੇ ਨੇ, ਮੂੜ ਮੁਗਧ ਦੋਨਾਂ ਦਾ ਇੱਕੋ ਮਤਲਬ ਮੂਰਖ, ਤੇ ਖਲ ਖਰ ਇਹਦਾ ਵੀ ਇੱਕੋ ਮਤਲਬ ਹੈ ਖੋਤੇ। ਤੇ ਮੈਨੇ ਉਹ ਕੌਣ, ਜੋ ਤਿਆਗ ਸਵਾਮੀ ਆਨ ਕੋ ਚਿਤਵਤ। ਗੁਰੂ ਸਾਹਿਬ ਕਹਿੰਦੇ ਨੇ ਉਹ ਖੋਤੇ ਨੇ, ਮੂਰਖ ਨੇ। ਕਾਗਰ ਨਾਵ ਮਾਨੇ ਕਿਸ਼ਤੀ, ਕਾਗਰ ਮਾਨੇ ਕਾਗਜ਼, ਕਾਗਜ਼ ਦੀ ਨਾਵ, ਲੰਘੇ ਕਤ ਸਾਗਰ। ਕਹਿੰਦੇ ਹੇ ਭਾਈ, ਇਹ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਨੂੰ ਧਿਆਉਣਾ, ਇਹ ਤੇ ਇਦਾਂ ਕਿ ਕਾਗਜ਼ ਦੀ ਕਿਸ਼ਤੀ ਵਿੱਚ ਬੈਠ ਕੇ ਪਾਰ ਹੋਣ ਦਾ ਯਤਨ ਕਰਨਾ। ਕਹਿੰਦੇ ਕਾਗਰ ਨਾਵ ਲੰਘੇ ਕਤ ਸਾਗਰ, ਇਹ ਸਾਗਰ ਜਿਹੜਾ ਹੈ, ਇਹ ਕਾਗਜ਼ ਦੀ ਕਿਸ਼ਤੀ ਨਾਲ ਕਿਵੇਂ ਤਰਿਆ ਜਾ ਸਕਦਾ ਹੈ। ਬ੍ਰਿਥਾ ਕਥਮ ਤਰਤੇ। ਕਹਿੰਦੇ ਐਵੇਂ ਦਾਅਵੇ ਕਰੀ ਜਾਂਦੇ ਨੇ, ਭੁਲੇਖੇ ਵਿੱਚ ਨੇ ਕਿ ਅਸੀਂ ਤਰ ਜਾਵਾਂਗੇ, ਉਹ ਡੁੱਬ ਜਾਣਗੇ, ਆਪਣਾ ਜੀਵਨ ਤਬਾਹ ਕਰ ਬੈਠਣਗੇ। ਸੋ ਜਿਹੜੇ ਬੰਦੇ ਕਰਮ ਕਾਂਡਾਂ ਤੇ ਆਸ ਲਾਈ ਬੈਠੇ ਨੇ, ਜਾਂ ਹੋਰ ਚੱਕਰਾਂ 'ਚ ਪਏ ਨੇ, ਹੋਰ ਵਿਧੀ ਚੱਕਰਾਂ 'ਚ ਪਏ ਨੇ, ਕੋਈ ਹੋਰ ਪੂਜਾ ਆਰਾਧਨਾ 'ਚ ਪਏ ਨੇ, ਤੇ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਰਾਮ ਅੱਲਾ ਜੋ ਖੁਦਾ ਜੋ ਵੀ ਨਾਂ ਦੇ ਨਾਲ ਤੁਸੀਂ ਯਾਦ ਕਰਨਾ ਚਾਹੁੰਦੇ ਹੋ, ਜਿਹਦਾ ਸਰੂਪ ਗੁਰੂ ਸਾਹਿਬ ਨੇ ਸਮਝਾਇਆ, ਇੱਕ ਓਂਕਾਰ ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ, ਕਹਿੰਦੇ ਉਹਨੂੰ ਯਾਦ ਨਹੀਂ ਕਰਦੇ, ਉਹਨੂੰ ਛੱਡ ਕੇ ਹੋਰ ਚੱਕਰਾਂ 'ਚ ਪਏ ਨੇ। ਉਹ ਤੇ ਸਮਝੋ ਕਾਗਜ਼ ਦੀ ਕਿਸ਼ਤੀ ਵਿੱਚ ਪਾਰ ਹੋਣ ਦਾ ਯਤਨ ਕਰ ਰਹੇ ਨੇ, ਜੋ ਸਿਰੇ ਦੀ ਮੂਰਖਤਾ ਹੈ। ਸ਼ੈਡ ਦੀ obscurity ਹੁੰਦੀ ਐਂਬੀਗੁਇਟੀ, ਧੁੰਦਲਾਪਨ, ਭੁਲੇਖਾ, ਮਤਲਬ ਕਿ ਡਾਊਟ ਜਿਹਾ, ਕਹਿੰਦੇ ਬਿਲਕੁਲ ਛੱਡ ਦਿਓ। ਕਿਸੇ ਕਿਸਮ ਦਾ ਸੰਸਾ ਜਿਹੜਾ ਹੈ ਉਹ ਨਹੀਂ ਰੱਖਣਾ ਚਾਹੀਦਾ। ਸੋ ਇਹ ਪਹਿਰਿਆਂ ਦੀ ਬਾਣੀ 'ਚੋਂ ਹੈਗਾ, ਜੋ ਦੇਵੈ ਤਿਸੈ ਨਾ ਜਾਣੇ ਮੂੜਾ। ਕਿੰਨੀ ਦੇਖੋ ਅਜੀਬ ਗੱਲ ਹੈ ਵੀ ਜਿਸ ਅਕਾਲ ਪੁਰਖ ਨੇ ਦਿੱਤਾ ਹੈ, ਚਾਹੇ ਉਹ ਧੀਆਂ ਪੁੱਤਰ ਨੇ, ਚਾਹੇ ਜ਼ਮੀਨ ਜਾਇਦਾਦ ਹੈ, ਚਾਹੇ ਸੁਖ ਆਰਾਮ ਨੇ, ਜੀਵਨ ਹੈ, ਤਨ ਹੈ, ਜਿੰਦ ਹੈ, ਕਿੰਨਾ ਕੁਛ ਅਕਾਲ ਪੁਰਖ ਨੇ ਦਿੱਤਾ ਹੈ। ਕਹਿੰਦੇ ਜੋ ਦੇਵ ਹੈ ਕਿਸੇ ਨਾ ਜਾਣੇ ਮੂੜਾ, ਦਿੱਤੇ ਨੂੰ ਲਪਟਾਏ। ਜਿਹਨੇ ਦਿੱਤਾ ਹੈ ਉਹਦਾ ਧੰਨਵਾਦ ਨਹੀਂ ਕੀਤਾ, ਉਹਦਾ ਸ਼ੁਕਰਾਨਾ ਨਹੀਂ ਕੀਤਾ, ਤੇ ਜਿਹੜੀਆਂ ਚੀਜ਼ਾਂ ਮਿਲੀਆਂ ਉਹਨੂੰ ਜੱਫੀ ਪਾ ਲਈ, ਉਹਨੂੰ ਕਿਹਾ ਮੇਰਾ ਮੇਰਾ। ਕਿੰਨੀ ਅਜੀਬ ਗੱਲ ਹੈ, ਘਰ ਕੋਈ ਸਾਡੇ ਵੱਡਾ ਸੱਜਣ ਮਿੱਤਰ ਆਵੇ, ਕੋਈ ਤੋਹਫਾ ਲੈ ਕੇ ਆਵੇ ਸਾਡੇ ਘਰ ਬੱਚੇ ਲਈ, ਤੇ ਬੱਚੇ ਨੂੰ ਤੋਹਫਾ ਦੇਵੇ, ਕਹਿੰਦਾ ਲੈ ਕਾਕਾ ਤੇਰੇ ਲਈ ਇਹ ਲਿਆਂਦਾ ਹੈ। ਉਹ ਨਿਆਣਾ ਤੋਹਫੇ ਨੂੰ ਫੜੇ ਤੇ ਲੈ ਕੇ ਆਪਣੇ ਕਮਰੇ 'ਚ ਦੌੜ ਜਾਏ, ਤੇ ਅਸੀਂ ਕੀ ਕਹਾਂਗੇ,
ਉਹ ਬੰਦਾ ਹੀ ਕਹੇਗਾ ਵੀ ਇਹ ਨਿਆਣੇ ਨੂੰ ਨਾ ਇਹਨਾਂ ਨੇ ਅਕਲ ਨਹੀਂ ਸਿਖਾਈ ਮਾਪਿਆਂ ਨੇ, ਤੇ ਅਸੀਂ ਵੀ ਉਹਨੂੰ ਬੁਲਾਵਾਂਗੇ ਬੱਚੇ ਨੂੰ ਕਿ ਬੇਟੇ ਗੱਲ ਸੁਣਿਆ ਕੀ ਕੀਤਾ ਤੂੰ, ਇੰਨੀ ਬਦਤਮੀਜੀ, ਅੰਕਲ ਤੇਰੇ ਲਈ ਗਿਫਟ ਲੈ ਕੇ ਆਏ ਨੇ, ਤੂੰ ਅੰਕਲ ਦਾ ਧੰਨਵਾਦ ਕਿਉਂ ਨਹੀਂ ਕੀਤਾ, ਚੱਲ ਅੰਕਲ ਨੂੰ ਧੰਨਵਾਦ ਕਰ ਲੈਂਦੇ, ਫਿਰ ਗਿਫਟ ਖੋਲਣਾ ਹੈ, ਧੰਨਵਾਦ ਕਰ ਚੰਗੀ ਤਰ੍ਹਾਂ। ਤੇ ਇਹ ਗੱਲ ਤੇ ਦੇਖੋ ਅਸੀਂ ਦੁਨਿਆਵੀ ਜ਼ਿੰਦਗੀ 'ਚ ਵੀ ਜਾਣਦੇ ਹਾਂ ਵੀ ਜਦੋਂ ਕੋਈ ਕਿਸੇ ਨੂੰ ਮਦਦ ਕਰਦਾ ਹੈ, ਕਿਸੇ ਨੂੰ ਕੋਈ ਨਜ਼ਰਾਨਾ ਦਿੰਦਾ, ਤੋਹਫਾ ਦਿੰਦਾ, ਤੇ ਉਹਦਾ ਧੰਨਵਾਦ ਕਰਨਾ ਚਾਹੀਦਾ। ਤੇ ਕੀ ਅਕਾਲ ਪੁਰਖ ਦੀ ਦਿੱਤੀਆਂ ਦਾਤਾਂ ਦਾ ਅਸੀਂ ਇਨਵੈਂਟਰੀ ਕਦੀ ਬਣਾ ਨਹੀਂ ਸਕਦੇ, ਬਣਾਈਆਂ ਨਹੀਂ ਜਾ ਸਕਦੀਆਂ। ਗੁਰੂ ਸਾਹਿਬ ਕਹਿੰਦੇ ਨਾ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸ਼ੁਮਾਰ, ਉਹਦੇ ਦਿੱਤੇ ਦਾਨ ਨੇ ਉਹਦੀ ਕੀਮਤ ਹੀ ਨਹੀਂ ਪੈ ਸਕਦੀ। ਜਿਹੜਾ ਦਾਤਾ ਹੈ ਉਹਦੀ ਅਸੀਂ ਕੀ ਗੱਲਾਂ ਕਰੀਏ, ਉਸ ਦਾਤੇ ਦਾ ਤੇ ਅੰਦਾਜ਼ਾ ਹੀ ਕੋਈ ਨਹੀਂ ਹੈਗਾ, ਕਿਉਂਕਿ ਦਾਤ ਤੇ ਦਾਤੇ ਤੋਂ ਛੋਟੀ ਹੋਏਗੀ ਨਾ, ਉਸ ਤੋਂ ਤੇ ਵੱਡੀ ਨਹੀਂ ਹੋ ਸਕਦੀ। ਜਿੱਦਾਂ ਮੇਰੀ ਸਮਰੱਥਾ ਜੇ 1000 ਰੁਪਏ ਦੀ ਹੈ ਤੇ ਮੈਂ ਜੇ ਸਾਰਾ ਕੁਝ ਵੀ ਲੁਟਾ ਦੇਵਾਂ ਤੇ ਮੈਂ 1000 ਰੁਪਏ ਦੇ ਹੀ ਦਾਤ ਕਿਸੇ ਨੂੰ ਦੇ ਸਕਦਾ, ਗਿਫਟ ਦੇ ਸਕਦਾ, ਉਸ ਤੋਂ ਵੱਡਾ ਨਹੀਂ। ਤੇ ਜਿਸ ਅਕਾਲ ਪੁਰਖ ਦੀ ਦਾਤਾਂ ਦੀ ਕੀਮਤ ਨਹੀਂ ਪੈ ਸਕਦੀ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸ਼ੁਮਾਰ, ਸੋ ਉਸ ਵਾਹਿਗੁਰੂ ਦਾ ਧੰਨਵਾਦ ਤੇ ਅਸੀਂ ਕਰਦੇ ਨਹੀਂ ਹੈਗੇ। ਕਹਿੰਦੇ ਕੋਈ ਗੁਰਮੁਖ ਹੋਵੇ, ਗੁਰੂ ਕੋਲ ਆਉਣ ਦਾ ਇਹੀ ਤੇ ਫਾਇਦਾ ਹੈ, ਕੋਈ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਬਾਣੀ ਵਿਚਾਰਨੀ ਸ਼ੁਰੂ ਕਰ ਦੇਵੇ, ਗੁਰੂ ਤੇ ਸਿਦਕ ਲੈ ਆਵੇ ਤੇ ਗੁਰੂ ਨੂੰ ਕਹਿ ਦੇਵੇ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੈਂ ਤੇ ਮੂਰਖ ਹੈਗਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਸੋ ਕਹਿੰਦੇ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਫਿਰ ਉਹ ਸੋਚਣ ਲੱਗ ਜਾਂਦਾ ਹੈ, ਵਿਚਾਰਦਾ ਹੈ, ਫਿਰ ਕੀ ਕਰਦਾ ਹੈ, ਹਰ ਧਿਆਵੈ, ਫਿਰ ਹਰੀ ਨੂੰ ਧਿਆਉਂਦਾ ਹੈ, ਮਨ ਲਿਵ ਲਾਏ, ਆਪਣੇ ਮਨ ਵਿੱਚ ਲਗਨ ਲਾ ਕੇ ਉਸ ਅਕਾਲ ਪੁਰਖ ਤੇ ਸਿਦਕ ਲਿਆ ਕੇ ਉਹ ਫਿਰ ਧਿਆਉਣਾ ਸ਼ੁਰੂ ਕਰ ਦਿੰਦਾ ਹੈ। ਤੇ ਇਹ ਅਪਰਾਧ ਹੈ ਦਿੱਤੇ ਨੂੰ ਲਪਟਾਏ, ਇਸ ਤੋਂ ਉਹਦਾ ਬਚਾਅ ਹੋ ਜਾਂਦਾ ਹੈ। ਤੇ ਕਹਿੰਦੇ ਇੱਕ ਮੂਲ ਲਗੇ, ਮੂਲ ਮੈਨੇ ਮੁੱਢ ਜੜ, ਅਕਾਲ ਪੁਰਖ ਵਾਹਿਗੁਰੂ, ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਸਥੂਲੀ। ਇਹ ਵਾਹਿਗੁਰੂ ਤੂੰ ਇੱਕ ਰੁੱਖ ਹੈ ਤੇ ਸਾਰੀ ਜਿਹੜੀ ਬ੍ਰਹਿਮੰਡ ਦੀ ਰਚਨਾ ਹੈ ਉਹ ਤੇਰੀਆਂ ਟਾਹਣੀਆਂ ਨੇ, ਤੇ ਅਸੀਂ ਟਾਹਣੀਆਂ ਨਾਲ ਨਹੀਂ ਜੁੜਨਾ, ਅਸੀਂ ਮੂਲ ਨਾਲ ਜੁੜਨਾ ਹੈ। ਕਹਿੰਦੇ ਇੱਕ ਮੂਲ ਲੱਗੇ, ਜਿਨ੍ਹਾਂ ਨੇ ਮੂਲ ਦੇ ਨਾਲ ਸੰਬੰਧ ਜੋੜਿਆ ਹੈ ਅਕਾਲ ਪੁਰਖ ਵਾਹਿਗੁਰੂ ਨੇ, ਓਨੀ ਸੁਖ ਪਾਇਆ, ਉਹਨਾਂ ਨੇ ਤੇ ਆਤਮਿਕ ਸੁਖ ਪ੍ਰਾਪਤ ਕਰ ਲਿਆ, ਸਰੀਰੀ ਸੁਖ ਪ੍ਰਾਪਤ ਕਰ ਲਿਆ। ਡਾਲੀ ਲਾਗੇ ਚ ਤੇ ਜਿਨ੍ਹਾਂ ਨੇ ਡਾਲੀਆਂ ਦੇ ਨਾਲ, ਟਾਹਣੀਆਂ ਦੇ ਨਾਲ, ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ ਚਿੱਤ ਲਾਇਆ, ਤਿੰਨੀ ਜਨਮ ਗਵਾਇਆ, ਉਹਨਾਂ ਨੇ ਜਨਮ ਗਵਾ ਲਿਆ ਆਪਣਾ। ਕਹਿੰਦੇ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ। ਇਹ ਭਾਈ ਅੰਮ੍ਰਿਤ, ਜੋ ਅੰਮ੍ਰਿਤ ਆਤਮਿਕ ਜੀਵਨ ਵਾਲੇ ਫਲ ਉਸੇ ਜੀਵਨ ਵਿੱਚ ਪ੍ਰਗਟ ਹੋਣਗੇ। ਜਿਹੜਾ ਮਨੁੱਖ ਬੋਲੇ ਅੰਮ੍ਰਿਤ ਬਾਤਾਂ ਹੈ, ਅੰਮ੍ਰਿਤਮਈ ਬਾਣੀ ਗਾਏਗਾ, ਬੋਲੇਗਾ, ਉਸ ਅਕਾਲ ਪੁਰਖ ਦੇ ਨਾਮ ਦੀਆਂ ਬਾਤਾਂ ਪਾਏਗਾ, ਉਹਦੀਆਂ ਸਿਫਤਾਂ ਕਰੇਗਾ, ਉਸ ਦੇ ਜੀਵਨ ਵਿੱਚ ਹੀ ਆਤਮਿਕ ਜੀਵਨ ਵਾਲੇ ਫਲ ਲੱਗਣਗੇ। ਮਹਿਲਾ ਪੰਜਵਾਂ, ਇਹ ਸਾਡੀ ਸੈਕਿੰਡ ਲਾਸਟ ਸਲਾਈਡ ਹੈਗੀ, ਇਹਨੂੰ ਫਟਾਫਟ ਕਰ ਲੈਣੇ, ਸੌਖੀ ਹੈ। ਇੱਕੋ ਜਪੀਏ ਮਨੇ ਮਾਹੇ, ਇਕਸ ਕੀ ਸ਼ਰਨ ਆਏ, ਮਨ ਵਿੱਚ ਇੱਕ ਨਹੀਂ ਜਪੋ, ਇੱਕ ਦੀ ਸ਼ਰਨ ਤੱਕੋ, ਇੱਕ ਸਿਉ ਕਰ ਪਿਰੜੀ, ਪਿਰੜੀ ਮੈਨੇ ਪ੍ਰੇਮ, ਦੂਜੀ ਨਾ ਹੀ ਜਾਏ, ਜਾਏ ਮੈਨੇ ਥਾਂ, ਦੂਜਾ ਟਿਕਾਣਾ ਕੋਈ ਨਾ ਰੱਖੋ, ਪ੍ਰੇਮ ਇੱਕ ਨਾ ਪਾਓ, ਇੱਕੋ ਦਾਤਾ ਮੰਗੀਏ ਸਭ ਕੁਝ ਪੱਲੇ ਪਾਏ। ਜੇ ਤੁਸੀਂ ਦਾਤਾ ਇੱਕ ਰੱਖੋਗੇ, ਸਭ ਕੁਝ ਉਹਦੇ ਕੋਲੋਂ ਮੰਗੋਗੇ, ਚਾਹੇ ਵਿਦਿਆ ਹੈ, ਚਾਹੇ ਕੈਨੇਡਾ ਦਾ ਵੀਜ਼ਾ ਹੈ, ਚਾਹੇ ਪਾਸ ਹੋਣਾ ਹੈ, ਚਾਹੇ ਸਿਹਤ ਚਾਹੀਦੀ ਹੈ, ਜੋ ਵੀ ਸਾਰੀਆਂ ਮੰਗਾਂ, ਸਰਬ ਕਲਾ ਭਰਪੂਰ ਹੈ ਵਾਹਿਗੁਰੂ, ਸਰਬ ਕਲਾ ਸਮਰੱਥ ਹੈ। ਇਸ ਕਰਕੇ ਅਲੱਗ-ਅਲੱਗ ਮੰਗਾਂ ਲਈ ਅਲੱਗ-ਅਲੱਗ ਥਾਂ ਤੇ ਜਾਣ ਦੀ ਕੋਈ ਲੋੜ ਨਹੀਂ। ਸੋ ਮਨ ਤਨ ਸਾਸ ਗਿਰਾਸ, ਹਰ ਸਵਾਸ ਦੇ ਨਾਲ, ਹਰ ਗਰਾਹੀ ਦੇ ਨਾਲ, ਮਨ ਕਰਕੇ ਤਨ ਕਰਕੇ ਪ੍ਰਭ ਇੱਕੋ ਇੱਕ ਧਿਆਏ, ਇੱਕ ਇੱਕ ਨੂੰ ਧਿਆਣਾ ਹੈ, ਸਿਰਫ ਇੱਕ ਨੂੰ। ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ, ਉਹਦਾ ਨਾਮ ਜੋ ਜੀਵਨ ਦੇਣ ਵਾਲਾ ਹੈ, ਜੋ ਸਦੀਵੀ ਖਜ਼ਾਨਾ ਹੈ, ਸਦਾ ਟਿਕੇ ਰਹਿਣ ਵਾਲਾ ਖਜ਼ਾਨਾ ਹੈ, ਉਹ ਗੁਰਮੁਖ ਪਾਇਆ ਜਾਏ। ਗੁਰਮੁਖ ਬਣ ਕੇ, ਗੁਰੂ ਦੀ ਸ਼ਰਨ ਆ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਦੇ ਸ਼ਬਦ ਨੂੰ ਪੜ੍ਹ ਕੇ, ਕੰਠ ਕਰਕੇ, ਗਾ ਕੇ, ਵਿਚਾਰ ਕੇ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਤੇ ਸੰਤ ਜਨ, ਇਹੋ ਜਿਹੇ ਗੁਰਮੁਖ ਸੰਤ ਹੁੰਦੇ ਨੇ, ਵੱਡੇ ਭਾਗਾਂ ਵਾਲੇ ਹੁੰਦੇ ਨੇ, ਜਿਨ ਮਨ ਬੁੱਠਾ ਆਏ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਿਵਾਸ ਕਰ ਲੈਂਦਾ ਹੈ, ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ, ਉੱਠ ਜਾਂਦਾ ਹੈ, ਵਸ ਜਾਂਦਾ ਹੈ। ਜਲ ਥਲ ਮੇਲ, ਜਲ ਵਿੱਚ, ਥਲ ਵਿੱਚ, ਪੁਲਾੜ ਵਿੱਚ ਰਵ ਰਿਹਾ, ਵਿਆਪਕ ਹੈ, ਦੂਜਾ ਕੋਈ ਨਾ ਹੈ, ਦੂਜਾ ਕੋਈ ਨਹੀਂ ਹੈਗਾ। ਨਾਮ ਧਿਆਈ, ਨਾਮ ਉਚਰਾਂ, ਨਾਨਕ ਖਸਮ ਰਜ਼ਾਏ। ਨਾਨਕ ਜੀ ਆਖਦੇ ਹਨ ਕਿ ਹੇ ਨਾਨਕ ਆਖ, ਮੇਰੇ ਮਨ ਦੀ ਇਹ ਲੋਚਾ ਹੈ, ਮੇਰੀ ਇਹ ਬੇਨਤੀ ਹੈ, ਮੇਰੀ ਅਰਦਾਸ ਹੈ, ਮੇਰੀ ਇੱਛਾ ਹੈ ਕਿ ਮੈਂ ਉਸ ਅਕਾਲ ਪੁਰਖ ਦਾ ਨਾਮ ਧਿਆਉਂਦਾ ਰਵਾਂ, ਉਹਦਾ ਨਾਮ ਉਚਾਰਦਾ ਰਵਾਂ ਤੇ ਉਸ ਖਸਮ ਦੀ ਰਜ਼ਾ ਵਿੱਚ ਤੁਰਦਾ ਰਵਾਂ। ਅਗਮ ਅਗੋਚਰ ਅਨਾਥ ਜੋਨੀ। ਵੀਰ ਜੀ ਸਮਾਂ ਸਮਾਪਤ ਹੋ ਰਿਹਾ।
ਵੀਰ ਜੀ ਹੈ ਨਾ ਜੀ ਤੁਹਾਡੇ ਕੋਲ 10-12 ਮਿੰਟ ਹੈਗੇ। ਹੈਗੇ ਨੇ, ਚਲੋ ਠੀਕ ਹੈ, ਬਸ ਫਿਰ ਮੇਰਾ 10 ਮਿੰਟ ਤੱਕ ਪੂਰਾ ਖਤਮ ਹੋ ਜਾਏਗਾ ਜੀ। ਇਸ ਤੋਂ ਬਾਅਦ ਇੱਕ ਸਲਾਈਡ ਹੋ ਰਹੀ ਹੈ। ਅਗਮ ਅਗੋਚਰ ਅਨਾਥ ਜੂਨੀ ਗੁਰਮਤ ਏਕੋ ਜਾਣਿਆ, ਗੁਰਮਤ ਗੁਰੂ ਦੀ ਮਤ ਰਾਹੀਂ ਮੈਂ ਉਸ ਇੱਕ ਅਕਾਲ ਪੁਰਖ ਨਾਲ ਸਾਂਝ ਬਣਾਈ ਹੈ, ਉਸ ਇੱਕ ਅਕਾਲ ਪੁਰਖ ਨੂੰ ਜਾਣ ਲਿਆ ਹੈ ਜੋ ਅਗੰਮ ਹੈ, ਅਰਥਾਤ ਮਨੁੱਖੀ ਬੁੱਧੀ ਦੀ ਪਹੁੰਚ ਤੋਂ ਦੂਰ ਹੈ। ਅਗੋਚਰ ਐੜਾ ਜਮਾ ਗੋ ਜਮਾ ਚਰ, ਗੋ ਮੈਨੇ ਇੰਦਰੀਆਂ, ਚਰ ਮੈਨੇ ਪਹੁੰਚ। ਉਹ ਵਾਹਿਗੁਰੂ ਜੋ ਪੰਜ ਇੰਦਰੀਆਂ ਸੁਣਨਾ, ਦੇਖਣਾ, ਛੂਣਾ, ਚਖਣਾ, ਇਹ ਜਿਹੜੀ ਪੰਜ ਇੰਦਰੀਆਂ ਨੇ, ਇਹਨਾਂ ਤੋਂ ਪਰੇ ਹੈ। ਅਨਾਥ, ਜਿਹਦੇ ਸਿਰ ਤੇ ਕੋਈ ਨਾਥ ਨਹੀਂ ਹੈਗਾ। ਇਹ ਅਨਾਥ ਸ਼ਬਦ ਦੋ ਅਰਥ ਨੇ। ਜਿੱਦਾਂ ਅਸੀਂ ਮਨੁੱਖ ਜਿਹੜੇ ਕਹਿੰਦੇ ਅਸੀਂ ਅਨਾਥ ਹੈਗੇ ਹਾਂ, ਮਤਲਬ ਬੇਸਹਾਰਾ, ਪਰ ਵਾਹਿਗੁਰੂ ਵੀ ਅਨਾਥ ਹੈ। ਵਾਹਿਗੁਰੂ ਇਸ ਕਰਕੇ ਨਾਥ ਹੈ ਕਿ ਵਾਹਿਗੁਰੂ ਦਾ ਕੋਈ ਨਾਥ ਨਹੀਂ ਹੈਗਾ। ਅਸੀਂ ਅਨਾਥ ਤੋਂ ਸਨਾਥ ਬੰਦੇ ਹਾਂ। ਮੈਂ ਅਨਾਥ ਹੈਗਾ ਕਿਉਂਕਿ ਗੁਰੂ ਸਿਰ ਤੇ ਨਹੀਂ, ਜਾਂ ਪਰਮਾਤਮਾ ਸਿਰ ਤੇ ਨਹੀਂ, ਮੈਂ ਉਹਨਾਂ ਸਾਂਝ ਨਹੀਂ ਬਣਾਈ। ਪਰ ਜਦ ਗੁਰੂ ਦੀ ਸ਼ਰਨ ਆ ਗਿਆ, ਗੁਰੂ ਸਿਰ ਤੇ ਆ ਗਿਆ, ਅਕਾਲ ਪੁਰਖ ਸਿਰ ਤੇ ਹੋ ਗਿਆ, ਤੇ ਮੈਂ ਅਨਾਥ ਤੋਂ ਬਣ ਗਿਆ ਸਨਾਥ, ਨਾਥ ਵਾਲਾ ਬਣ ਗਿਆ। ਪਰ ਵਾਹਿਗੁਰੂ ਐੜਾ ਜਮਾ ਨਾਥ, ਵਾਹਿਗੁਰੂ ਆਪਣਾ ਨਾਥ ਆਪ ਹੈ, ਉਹਦਾ ਨਾਥ ਕੋਈ ਨਹੀਂ ਹੈਗਾ। ਇਹਦਾ ਮਤਲਬ ਹੈਗਾ ਵਾਹਿਗੁਰੂ ਅਨਾਥ ਹੈ, ਅਰਥਾਤ ਵਾਹਿਗੁਰੂ ਦੇ ਸਿਰ ਤੇ ਕੋਈ ਮਾਲਿਕ ਨਹੀਂ ਹੈਗਾ। ਅਜੋਨੀ, ਜੂਨਾ ਚ ਨਹੀਂ ਆਂਦਾ। ਇਹੋ ਜਿਹੇ ਵਾਹਿਗੁਰੂ ਨੂੰ ਮੈਂ ਗੁਰੂ ਦੀ ਮਤ ਰਾਹੀਂ ਸਮਝਿਆ ਹੈ, ਜਾਣਿਆ ਹੈ। ਕਬੀਰ ਕਾਰਨ ਜੋ ਬਿਹੋ ਸੋ ਕੀਨੋ ਕਰਤਾ। ਆਮ ਤੌਰ ਤੇ ਕਈ ਬੰਦੇ ਕਹਿੰਦੇ ਨੇ ਵੀ ਇਹ ਕਾਰਨ ਬਣ ਗਿਆ, ਇਹ ਸਬਬ ਬਣ ਗਿਆ, ਇਹ ਵਸੀਲਾ ਬਣ ਗਿਆ। ਇਹਨੂੰ ਮੈਂ ਕਈ ਰੂਪਾਂ ਵਿੱਚ ਕਹਿ ਸਕਦੇ ਹਾਂ ਜੀ, ਫਲਾਨਾ ਬੰਦਾ ਮਿਲਿਆ ਤੇ ਸਾਡੀ ਜੀਵਨ ਟਰਨਿੰਗ ਪੁਆਇੰਟ ਆਇਆ, ਜਾਂ ਫਲਾਨਾ ਬੰਦਾ ਮਿਲਿਆ ਸਾਡਾ ਬਿਜ਼ਨਸ ਬੜਾ ਵਧੀਆ ਚੱਲ ਪਿਆ, ਜਾਂ ਅਸੀਂ ਜਦ ਗੱਡੀ ਲਈ ਸੀ। ਮੈਂ ਕਈ ਘਰਾਂ 'ਚ ਦੇਖਿਆ ਲੋਕਾਂ ਨੇ ਨਾ ਗੱਡੀ ਕਬਾੜ ਹੋਈ ਰੱਖੀ ਹੋਈ ਹੈ, ਮਰੂਤੀ 800 ਪਈ ਹੈ, ਕਬਾੜ ਹੋ ਗਈ ਹੈ, ਜੰਗ ਲੱਗ ਗਿਆ ਤੇ ਰੱਖੀ ਹੋਈ ਹੈ। ਤੇ ਅਸੀਂ ਕਿਹਾ ਵੀ ਇਹ ਇੱਥੇ ਕਦ ਰੱਖੀ ਹੋਈ ਹੈ? ਕਹਿੰਦੇ ਨੇ ਜੀ ਇਹ ਗੱਡੀ ਬੜੀ ਭਾਗਾਂ ਵਾਲੀ ਹੈ। ਜਦੋਂ ਅਸੀਂ ਗੱਡੀ ਲਈ ਸਾਡਾ ਬਿਜ਼ਨਸ ਬੜਾ ਪ੍ਰਫੁੱਲਿਤ ਹੋ ਗਿਆ। ਇੱਕ ਘਰ 'ਚ ਗਿਆ, ਉਹਨੇ ਸਕੂਟਰ ਰੱਖਿਆ ਹੈ, ਬੜਾ ਕਬਾੜ ਰੱਖਿਆ, ਕਹਿੰਦੇ ਨੇ ਜੀ ਭਾਜੀ ਇਹ ਸਕੂਟਰ ਅਸੀਂ ਘਰੋਂ ਨਹੀਂ ਕੱਢ ਸਕਦੇ, ਇਹਦੇ ਨਾਲ ਸਾਡੇ ਭਾਗ ਜੁੜੇ ਹੋਏ ਨੇ। ਸੋ ਇਹ ਵੀ ਤੇ ਦੂਜੇ ਨਾਲ ਹੀ ਜੁੜਨ ਵਾਲੀ ਗੱਲ ਹੈ। ਕਾਰਨ ਤੇ ਪਰਮਾਤਮਾ ਨੂੰ ਛੱਡ ਕੇ ਉੱਤੇ ਭਗਤ ਕਬੀਰ ਜੀ ਕਹਿੰਦੇ ਕਬੀਰ ਕਾਰਨ ਜੋ ਭਇਓ, ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਹਿੰਦੇ ਜਿਹੜਾ ਕਾਰਨ ਬਣਦਾ ਹੈ, ਚਾਹੇ ਮਰੂਤੀ 800 ਨੂੰ ਕਹਿੰਦੇ ਹੋ ਤੁਸੀਂ, ਜਾਂ ਮੇਰੀ ਲੱਕੀ ਸ਼ਰਟ ਕਹਿੰਦੇ ਹੋ, ਜਾਂ ਲੱਕੀ ਪੈਨ ਕਹਿੰਦੇ ਹੋ, ਜਾਂ ਸਾਡੇ ਘਰ ਹੈ ਜਿਹੜੀ ਪੋਤੀ ਆਈ ਹੈ ਬੜੀ ਭਾਗਾਂ ਵਾਲੀ ਹੈ, ਜਾਂ ਘਰ ਮੁੰਡਾ ਜੰਮਿਆ ਬੜਾ ਭਾਗਾਂ ਵਾਲਾ ਹੈ, ਇਹ ਸਬਬ ਕਿਹਨੇ ਬਣਾਇਆ? ਕਹਿੰਦੇ ਕਬੀਰ ਕਾਰਨ ਸੋ ਭਇਓ। ਕਹਿੰਦੇ ਕਾਰਨ ਵੀ ਉਹੀ ਬਣਦਾ ਹੈ, ਸਬਬ ਵੀ ਉਹੀ ਬਣਦਾ ਹੈ, ਜੋ ਕੀਨੋ ਕਰਤਾਰ, ਜੋ ਅਕਾਲ ਪੁਰਖ ਪਰਮਾਤਮਾ ਕਰਤਾਰ ਨੇ ਕੀਤਾ ਹੁੰਦਾ ਹੈ। ਤਿਸ ਬਿਨ ਦੂਸਰ ਕੋ ਨਹੀਂ, ਦੂਜਾ ਹੋਰ ਕੋਈ ਨਹੀਂ ਹੈਗਾ, ਉਹ ਕਾਰਨ ਵੀ ਉਹਦੇ ਵੱਸ ਹੈਗਾ। ਇੱਕ ਹੈ ਸਿਰਜਣਹਾਰ, ਇੱਕ ਅਕਾਲ ਪੁਰਖ ਸਿਰਜਣਹਾਰ ਆਪ ਹੀ ਆਪ ਹੈ। ਸੋ ਇਸ ਕਰਕੇ ਇਹ ਲੱਕੀ ਦਿਸ, ਲੱਕੀ ਕਲਰ, ਲੱਕੀ ਨੰਬਰ, ਤੇ ਨਿਊਮਰੋਲੋਜੀ, ਤੇ ਫਲਾਨੀ ਲੋਜੀ, ਤੇ ਮੇਰਾ ਭਾਗਾਂ ਵਾਲਾ ਸਕੂਟਰ ਹੈ, ਭਾਗਾਂ ਵਾਲੀ ਗੱਡੀ ਹੈ, ਘਰ ਬੜਾ ਭਾਗਾਂ ਵਾਲਾ ਹੈ, ਇਹ ਬਿਲਕੁਲ ਇਹ ਦੂਜੇ ਨਾਲ ਜੁੜਨ ਵਾਲੀ ਗੱਲ ਹੈ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਸੋ ਇਸ ਭਰਮ ਤੋਂ, ਇਹ ਦੁਚਿੱਤੇਪਨ ਤੋਂ, ਦੁਬਿਧਾ ਤੋਂ ਵੀ ਬਚਣਾ ਚਾਹੀਦਾ ਹੈ। ਹੋਰ ਦੇਖ ਲਈਏ, ਕਿਉਂਕਿ ਗੱਲਾਂ ਸਮਝ ਨਹੀਂ ਆਉਂਦੀਆਂ ਕਈ ਵਾਰ, ਤੇ ਗੁਰਬਾਣੀ 'ਚ ਮੇਰੇ ਕੋਲ ਥਾਂ ਤੇ ਹਰ ਚੀਜ਼ ਨੂੰ ਸਪਸ਼ਟ ਕੀਤਾ ਹੈ। ਕਹਿੰਦੇ ਕਬੀਰ ਰਾਮ ਕਹਿਣ ਵਿੱਚ ਭੇਦ ਹੈ। ਗੁਰਬਾਣੀ ਕਹਿੰਦੀ ਹੈ ਸ਼੍ਰੀ ਰਾਮ ਨਾਮਾ ਉਚਰ ਮਨਾ, ਆਗਿਆ ਜਵੰਦਲ ਬਿਖਮ ਕਨਾ, ਹਨਾ, ਬੋਲੋ ਭਈਆ ਰਾਮ ਰਾਮ। ਸੋ ਕਹਿੰਦੇ ਕਬੀਰ ਰਾਮ ਕਹਿਣ ਵਿੱਚ ਭੇਦ ਹੈ, ਰਾਮ ਕਹਿਣ ਵਿੱਚ ਭੇਦ ਹੈ, ਅਰਥਾਤ ਇੱਕ ਰਹੱਸ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਤਾਂ ਮੈਂ ਇੱਕ ਵਿਚਾਰ, ਉਹ 'ਚ ਵਿਚਾਰ ਵਾਲੀ ਗੱਲ ਹੈ। ਸੋਈ ਰਾਮ ਸਭੈ ਕਹੇ, ਇੱਕ ਰਾਮ ਤੇ ਜਿਹੜੀਆਂ ਬਾਤਾਂ ਸਾਰੇ ਪਾ ਰਹੇ ਨੇ, ਜਿਹਨੂੰ ਕਹਿੰਦੇ ਕੋਈ ਨੀਲੀ ਛਤਰੀ ਵਾਲਾ ਕਹਿ ਦਿੰਦਾ ਹੈ, ਕੋਈ ਉੱਪਰ ਵਾਲਾ ਕਹਿ ਦਿੰਦਾ ਹੈ, ਕੋਈ ਵਾਹਿਗੁਰੂ ਕਹਿ ਦਿੰਦਾ, ਕੋਈ ਰਾਮ ਕਹਿ ਦਿੰਦਾ, ਕੋਈ ਅੱਲਾ ਖੁਦਾ ਕਹਿ ਦਿੰਦਾ, ਹਨਾ, ਕੋਈ ਕਹਿ ਦਿੰਦਾ ਵੀ ਉਹਦੀ ਚੱਕੀ ਹੌਲੀ ਚੱਲਦੀ ਹੈ ਪਰ ਪਿੰਦੀ ਬਰੀਕ ਹੈਗੀ ਹੈ, ਜਾਂ ਕਹਿੰਦੇ ਉਹਦੀ ਸੋਟੀ ਵਿੱਚ ਉਹਦੇ ਨਿਆਂ ਦੀ ਸੋਟੀ ਜਿਹੜੀ ਉਹ 'ਚ ਆਵਾਜ਼ ਨਹੀਂ ਹੈਗੀ। ਕਈ ਢੰਗਾਂ ਦੇ ਨਾਲ ਲੋਕੀ ਰੱਬ ਨੂੰ ਯਾਦ ਕਰਦੇ ਨੇ, ਪਰ ਕਹਿੰਦੇ ਸੋਈ ਕੌਤਕ ਹਾਰ। ਪਰ ਇੱਕ ਰਾਮ ਉਹ ਵੀ ਹੈ ਜਿਹਦੀ ਗੱਲ ਰਾਸਧਾਰੀ ਕਰਦੇ ਨੇ, ਰਾਮਲੀਲਾ ਵਿੱਚ ਉਹਦੇ ਸਵਾਂਗ ਬਣਾ ਕੇ ਰਾਮਲੀਲਾ ਕਰਦੇ ਨੇ। ਕਹਿੰਦੇ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਕਿਹੜੇ ਰਾਮ ਦੀ ਗੱਲ ਕਰ ਰਹੇ ਹੋ। ਉਹ ਰਾਮ ਜੋ ਸੋਈ ਰਾਮ ਸਭੈ ਕਹੈ, ਜਾਂ ਉਹ ਰਾਮ ਜੋ ਜਿਹਨੇ ਦਸ਼ਰਥ ਦੇ ਘਰ ਜਨਮ ਲਿਆ। ਸੋ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਬੀਰ ਰਾਮੈ ਰਾਮ ਕਹੋ, ਕਬੀਰ ਰਾਮ ਰਾਮ ਕਹੀ ਜਾਓ, ਕਹੀ ਜਾਓ, ਸਵਾਸ ਸਵਾਸ ਕਹੀ ਜਾਓ, ਕਹਿਬੇ ਮਾਹੇ ਵਿਵੇਕ। ਪਰ ਇੱਕ ਪਰਖ ਵਾਲੀ ਗੱਲ ਹੈ, ਵਿਵੇਕ ਬੁੱਧੀ ਵਰਤਣੀ ਹੈ। ਗੁਰੂ ਕੋਲੋਂ ਸਤਸੰਗਤ ਮਿਲ ਵਿਵੇਕ ਬੁੱਧ ਹੋਈ, ਸਤ ਸੰਗਤ ਵਿੱਚ ਜਾ ਕੇ ਗੁਰਮੁਖਾਂ ਨਾਲ ਬੈਠ ਕੇ ਵਿਚਾਰ ਕਰਕੇ ਇਹ ਵਿਵੇਕ ਹਾਸਲ ਕਰਨਾ ਚਾਹੀਦਾ ਹੈ। ਏਕ ਅਨੇਕੇ ਮਿਲ ਗਿਆ, ਇੱਕ ਰਾਮ ਤੇ ਉਹ ਹੈ ਜੋ ਅਨੇਕਾਂ ਵਿੱਚ ਬੈਠਾ ਹੈ, ਜੋ ਆਤਮ ਰਾਮ ਹੈ। ਗੋਰਿਆਂ ਵਿੱਚ, ਕਾਲਿਆਂ ਵਿੱਚ, ਸ਼ੂਦਰਾਂ ਵਿੱਚ, ਬ੍ਰਾਹਮਣਾਂ ਵਿੱਚ, ਚੀਨੀਆਂ ਵਿੱਚ, ਪਾਕਿਸਤਾਨੀਆਂ ਵਿੱਚ, ਸਾਰਿਆਂ 'ਚ ਬੈਠਾ ਹੈ। ਏਕ ਅਨੇਕੇ ਮਿਲ ਗਿਆ, ਇੱਕ ਜਿਹੜਾ ਅਨੇਕ 'ਚ ਇਕਮਿਕ ਹੋਇਆ ਪਿਆ, ਤੇ ਏਕ ਸਮਾਨਾ ਏਕ,
ਇੱਕ ਜਿਹੜਾ ਸਿਰ ਇੱਕ ਵਿੱਚ ਹੀ ਸਮਾਇਆ ਹੋਇਆ ਸੀਗਾ, ਉਹ ਪੰਜ ਪੁੱਤਰ ਸ਼੍ਰੀ ਦਸ਼ਰਥ ਦੇ ਪੁੱਤਰ ਦਾ, ਰਾਮਚੰਦਰ ਦਾ ਜਿਹੜਾ ਸੀਗਾ, ਉਹ ਕੱਲਾ ਉਹ ਚੀਜ਼ ਸੀ। ਜਾਣਨਾ ਵੀ ਬੜਾ ਜ਼ਰੂਰੀ ਹੈ ਜਦੋਂ ਇੱਕ ਦੀ ਗੱਲ ਹੋਣੀ। ਆਖਰੀ ਸਲਾਈਡ ਸਾਡੀ, ਇਹ ਗੁਰੂ ਸਾਹਿਬ ਨੇ ਜਿੱਦਾਂ ਮੈਂ ਕਿਹਾ ਵੀ ਸਹਿਜ ਪਾਠ ਤੋਂ ਬਿਨਾਂ ਕੋਈ ਚਾਰਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਆਇਓ ਸੁਣ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨਲਾਜਚ, ਬਿਰਥਾ ਜਨਮ ਪ੍ਰਾਣੀ। ਇਹ ਰਹਿਤ ਮਰਿਆਦਾ ਵਿੱਚ ਕੋਈ ਪੰਥ ਨੇ ਕੋਈ ਨਵੀਂ ਸਟ੍ਰੈਟਜੀ ਨਹੀਂ ਅਪਣਾਈ ਜਿੱਥੇ ਲਿਖਿਆ ਕਿ ਹਰ ਸਿੱਖ ਨੇ ਆਪਣਾ ਸਹਿਜ ਪਾਠ ਜਾਰੀ ਰੱਖਣਾ ਹੈ, ਕਰਨਾ ਹੈ। ਇਹ ਤੇ ਗੁਰੂ ਸਾਹਿਬ ਦਾ ਹੁਕਮ ਹੀ ਹੈ ਨਾ। ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਹੁਣ ਮੈਂ ਦੋ ਪੰਕਤੀਆਂ ਜਿਹਨੂੰ ਕਹੀਆਂ, ਆਇਓ ਸੁਣ ਪੜਨ ਕੋ ਬਾਣੀ, ਤੇ ਦੂਜੀ ਕੇ ਪ੍ਰਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਰੋਜ਼ ਪੜ੍ਹਨੀ ਹੈ। ਸੋ ਜਦੋਂ ਬਾਣੀ ਪੜਾਂਗੇ ਤੇ ਗੁਰੂ ਸਾਹਿਬ ਦੀ ਜੋ ਵਿਆਖਿਆ ਕੀਤੀ ਹੈ ਕਿਉਂ ਕਰਦੀ, ਉਹ ਆਪੇ ਕਲੀਅਰ ਹੋ ਜਾਂਦੀ ਹੈ। ਹੁਣ ਜਦੋਂ ਫਿਰ ਵੀ ਬੰਦੇ 'ਚ ਕੋਈ ਦੁਵਿਧਾ ਰਹਿੰਦੀ ਹੈ ਵੀ ਇੱਕ ਜਿਹੜਾ ਗੁਰੂ ਸਾਹਿਬ ਗੱਲ ਕਰ ਰਹੇ ਨੇ ਕੌਣ ਹੈ, ਕਿੱਦਾਂ ਦਾ ਹੈ, ਉਹ ਦੇਖੀਏ। ਤਿੰਨ ਬਾਤ ਲੈਂਦੇ ਆ ਮਾਰੂ ਰਾਗ ਵਿੱਚੋਂ, ਸ਼ਾਇਦ ਬੜੇ ਕਮਾਲ ਦੇ। ਕਹਿੰਦੇ ਕਲਾ ਉਪਾਏ ਧਰੀ ਜਿਨ ਧਰਨਾ, ਅਕਾਲ ਪੁਰਖ ਨੇ ਆਪਣੀ ਸ਼ਕਤੀ ਪ੍ਰਗਟ ਕਰਕੇ, ਆਪਣੀ ਕਲਾ ਪ੍ਰਗਟ ਕਰਕੇ ਧਰ ਦਿੱਤੀ। ਧਰਨਾ ਧਰਤੀ, ਕਲਪਨਾ ਕਰੋ ਇਹ ਧਰਤੀ ਗ੍ਰਹਿ ਛੋਟਾ ਜਿਹਾ ਹੀ ਹੈ, ਮਤਲਬ ਕਿ ਜਿਹੜਾ ਸੂਰਜ ਹੈ ਨਾ ਉਹ ਧਰਤੀ ਤੋਂ 13 ਲੱਖ ਗੁਣਾ ਵੱਡਾ ਹੈ, ਉਹਦੀ ਵੋਲਿਊਮ 13 ਲੱਖ ਟਾਈਮਸ ਧਰਤੀ ਹੈ। ਤੇ ਧਰਤੀ ਤੋਂ ਵੀ ਕਿੰਨੇ ਗੁਣਾ ਵੱਡੇ, ਕਿੰਨੇ ਗ੍ਰਹਿ ਹੈਗੇ ਨੇ, ਉਹਦਾ ਅੰਦਾਜ਼ਾ ਲਗਾਉਣਾ ਮਤਲਬ ਕਿ ਅੰਦਾਜ਼ਾ ਹੀ ਨਹੀਂ ਹੈਗਾ। ਕਹਿੰਦੇ ਕਲਾ ਉਪਾਏ ਧਰੀ ਜਿਨ ਧਰਨਾ, ਜਿਸ ਅਕਾਲ ਪੁਰਖ ਨੇ ਆਪਣੀ ਤਾਕਤ ਨੂੰ ਪ੍ਰਗਟ ਕਰਕੇ, ਪੈਦਾ ਕਰਕੇ ਧਰਤੀ ਨੂੰ ਪੁਲਾੜ ਵਿੱਚ ਟਿਕਾ ਦਿੱਤਾ। ਐਕਸਿਸ ਤੇ 23.5 ਡਿਗਰੀ ਤੇ ਟਿਲਟ ਵੀ ਕਰ ਦਿੱਤਾ, ਰੋਟੇਟ ਵੀ ਕਰ ਦਿੱਤਾ, ਰਿਵੋਲਵ ਵੀ ਕਰ ਦਿੱਤਾ, ਆਪਣੀ ਧੁਰੀ ਤੇ ਵੀ ਘੁੰਮੀ ਜਾ ਰਹੀ ਹੈ ਤੇ ਸੂਰਜ ਦੇ ਇਰਦ ਗਿਰਦ ਵੀ ਘੁੰਮੀ ਜਾ ਰਹੀ ਹੈ। ਕਹਿੰਦੇ ਗਗਨ ਰਹਾਇਆ ਹੁਕਮੇ ਚਰਨਾ, ਆਪਣੇ ਹੁਕਮ ਰੂਪੀ ਚਰਨ, ਆਪਣੇ ਹੁਕਮ ਰੂਪੀ ਆਸਰੇ ਦੇ ਨਾਲ ਉਹਨਾਂ ਨੇ ਗਗਨ ਨੂੰ ਇੱਕਦਮ ਕੈਨੋਪੀ ਬਣਾ ਕੇ ਟਿਕਾ ਦਿੱਤਾ। ਕਹਿੰਦੇ ਅਗਨ ਉਪਾਈ ਇੰਧਨ ਮੈਂ ਥਪ ਮੰਦੀ, ਕਹਿੰਦੇ ਅੱਗ ਪੈਦਾ ਕਰਕੇ ਤੇ ਬੰਨੀ ਕਿੱਥੇ, ਉਹ ਬਾਲਣ ਵਿੱਚ ਹੀ ਬੰਨ ਕੇ ਰੱਖ ਦਿੱਤੀ, ਲੱਕੜ ਦੇ ਵਿੱਚ ਹੀ। ਹੁਣ ਦੇਖੋ ਇਹਦੇ ਵਿੱਚ ਵੀ ਕਿੰਨੀ ਕਮਾਲ ਦੀ ਗੱਲ ਸਿੱਖਣ ਨੂੰ ਮਿਲਦੀ ਹੈ। ਕਹਿੰਦੇ ਕਾਸ਼ਟ ਮੈਂ ਜੀਉ ਹੈ ਬਸੰਤਰ, ਮਤ ਸੰਜਮ ਕਾੜ ਕਡੀਜੈ, ਮੱਥ ਕੇ ਰਗੜ ਕੇ ਜੁਗਤੀ ਦੇ ਨਾਲ ਲੱਕੜ ਸੁਕਾ ਕੇ ਅਸੀਂ ਅੱਗ ਪੈਦਾ ਕਰ ਸਕਦੇ ਹਾਂ। ਕਹਿੰਦੇ ਰਾਮ ਨਾਮ ਹੈ ਜੋਤ ਸਵਾਈ, ਤਤ ਗੁਰਮਤ ਕਾਢ ਲਈ ਜੈ। ਇਸੀ ਤਰ੍ਹਾਂ ਗੁਰੂ ਦੀ ਮੱਤ ਰਾਹੀਂ ਅਕਾਲ ਪੁਰਖ ਦਾ ਨਾਮ ਰੂਪੀ ਤੱਤ ਜਿਹੜਾ ਹੈ ਉਹ ਪ੍ਰਗਟ ਕੀਤਾ ਜਾ ਸਕਦਾ ਹੈ, ਜੋ ਸਾਰੇ ਜਗਤ ਵਿੱਚ ਵਿਆਪਕ ਹੈ, ਜੋ ਅੰਦਰ ਵੀ ਹੈ ਬਾਹਰ ਵੀ ਹੈ। ਜਿਵੇਂ ਲੱਕੜ ਵਿੱਚ ਅੱਗ ਹੈ ਪ੍ਰਗਟ ਕੀਤੀ ਜਾਂਦੀ ਹੈ, ਇਸੀ ਤਰ੍ਹਾਂ ਗੁਰੂ ਦੀ ਮੱਤ ਰਾਹੀਂ ਅਕਾਲ ਪੁਰਖ ਪਰਮਾਤਮਾ ਦਾ ਨਾਮ ਪ੍ਰਗਟ ਕੀਤਾ ਜਾਂਦਾ ਹੈ। ਸੋ ਕਹਿੰਦੇ ਅਗਨ ਉਪਾਈ ਇੰਧਨ ਮੈਂ ਬੰਦੀ। ਹੁਣ ਇਹ ਕਰਾਮਾਤ ਕੌਣ ਕਰ ਸਕਦਾ ਦੱਸੋ, ਸੋਚੋ ਜਰਾ। ਇਹ ਧਰਤੀ ਬਣਾ ਕੇ ਪੁਲਾੜ ਵਿੱਚ ਟਿਕਾ ਦਿੱਤੀ, ਘੁਮਾ ਦਿੱਤੀ, ਘੇਰਾ ਦਵਾ ਦਿੱਤਾ, ਧੁਰੇ ਨੂੰ ਟਿਲਟ ਕਰ ਦਿੱਤਾ, ਗਗਨ ਬਣਾ ਦਿੱਤਾ, ਫਿਰ ਅਗਨ ਉਪਾਈ ਇੰਧਨ ਮੈਂ ਬੰਦੀ, ਅੱਗ ਪੈਦਾ ਕਰਕੇ ਫਿਊਲ ਦੇ ਵਿੱਚ ਹੀ, ਇੰਧਨ ਦੇ ਵਿੱਚ ਹੀ ਬੰਨ ਕੇ ਰੱਖ ਦਿੱਤੀ। ਕਹਿੰਦੇ ਸੋ ਪ੍ਰਭ ਰਾਖੈ ਭਾਈ ਹੈ, ਇਹ ਭਾਈ ਇਹੋ ਜਿਹਾ ਪ੍ਰਭੂ ਹੀ ਤੇਰੀ ਰੱਖਿਆ ਕਰ ਸਕਦਾ ਹੈ। ਫਿਰ ਅੱਗੇ ਕੀ ਕਹਿੰਦੇ, ਜੀ ਜੰਤ ਕੋ ਰਿਜਕ ਸੰਭਾਹੇ, ਸੰਭਾਹੇ ਮਨੇ ਡਿਲੀਵਰ ਕਰੇ, ਅਪਣਾਉਂਦਾ ਹੈ, ਸਾਰੇ ਜੀਵਾਂ ਜਨਤਾ ਨੂੰ ਰਿਜ਼ਕ ਪਹੁੰਚਾਉਂਦਾ ਹੈ। ਕਰਨ ਕਾਰਨ ਸਮਰਥ ਆਪਾਹੇ, ਉਹ ਵਾਹਿਗੁਰੂ ਕਰਨ ਕਾਰਨ ਹੈ, ਸ੍ਰਿਸ਼ਟੀ ਦਾ ਮੂਲ ਹੈ, ਸਮਰਥ ਹੈ। ਆਪਾਹੇ, ਆਪਾਹੇ ਜਿਹਨੂੰ ਮਾਇਆ ਦੀ ਪਾਣ ਨਹੀਂ ਚੜੀ ਹੋਈ, ਜੋ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ। ਛਿਨਮੈ ਥਾਪ ਥਾਪਣ ਹਾਰਾ, ਉਹ ਇੱਕ ਛਿਨ ਵਿੱਚ ਥਾਪ ਵੀ ਦਿੰਦਾ ਹੈ, ਉਹ ਥਾਪ ਨਾਸ ਕਰ ਦਿੰਦਾ ਹੈ, ਬਣਾ ਦਿੰਦਾ ਹੈ। ਸੋਈ ਤੇਰਾ ਸਹਾਈ ਹੈ, ਤੇਰਾ ਸਹਾਇਕ, ਤੇਰੀ ਮਦਦਗਾਰ ਉਹੀ ਬਣ ਸਕਦਾ ਹੈ। ਫਿਰ ਕਹਿੰਦੇ ਮਾਤ ਗਰਭ ਮੈਂ ਜਿਨ ਪਤਿਆ, ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਇੱਥੇ ਤੇਰੀ ਰੱਖ ਅਗਨੀ ਉਦਰ ਮਾਹੇ, ਮਾਤਾ ਕੇ ਉਦਰ ਮੈਂ ਪ੍ਰਤੀਪਾਲ ਕਰੇ, ਸੋ ਕਿਉ ਮਨੋ ਵਿਸਾਰੀ ਹੈ। ਕਹਿੰਦੇ ਮਾਤ ਗਰਭ ਮੈਂ ਜਿਨ ਪ੍ਰਤੀਪਾਲਿਆ, ਪਾਲਿਆ, ਮਾਤਾ ਦੇ ਗਰਭ ਵਿੱਚ ਜਿਹਨੇ ਤੇਰੀ ਪ੍ਰਤੀਪਾਲਣਾ ਕੀਤੀ, ਸਾਸ ਗਰਾਸ ਹੋਏ ਸੰਗ ਸੰਭਾਲਿਆ, ਹਰ ਸਵਾਸ ਦੇ ਨਾਲ, ਹਰ ਭੋਜਨ ਦੀ ਗਰਾਹੀ ਦੇ ਨਾਲ ਤੇਰੇ ਨਾਲ ਹੋ ਕੇ ਤੇਰੀ ਸੰਭਾਲ ਕੀਤੀ। ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੈ। ਉਹ ਵਾਹਿਗੁਰੂ ਜੋ ਵੱਡਾ ਹੈ, ਜਿਹਦੀ ਵਡਿਆਈਆਂ ਬਹੁਤ ਵੱਡੀਆਂ ਨੇ, ਉਸ ਪਿਆਰੇ ਨੂੰ, ਉਸ ਪਿਆਰੇ ਦਾ ਨਾਮ ਸਦਾ ਸਦਾ ਜਪਣਾ ਚਾਹੀਦਾ ਹੈ। ਸੋ ਇਹ ਪੰਕਤੀਆਂ ਰਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਜਿਹੜਾ ਇੱਕ ਵਾਹਿਗੁਰੂ ਇੱਕ ਦੀ ਗੱਲ ਕਰਦੇ ਨੇ ਗੁਰੂ ਸਾਹਿਬ, ਉਹਦੇ ਗੁਣਾਂ ਦਾ ਤੇ ਗੁਰੂ ਸਾਹਿਬ ਨੇ ਖਜ਼ਾਨਾ ਸਾਨੂੰ ਦੇ ਦਿੱਤਾ ਹੈ। ਇਹ ਗਾ ਗਾ ਕੇ ਗੁਣ ਕਹਿ ਗੁਣੀ ਸਮਾ ਬਣਿਆ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਗੱਲ ਵੀ ਬਾਣੀ ਪੜ੍ਹ ਕੇ ਹੀ ਸਮਝ ਲੱਗਦੀ ਹੈ ਕਿ ਉਸ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਸੋ ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ, ਵਿਚਾਰ ਬਣਾਉਂਦੇ ਹਾਂ, ਇਹ ਬਾਣੀ ਨੂੰ ਕੰਠ ਕਰਦੇ ਹਾਂ, ਤੁਰਦੇ ਫਿਰਦੇ ਗਾਉਂਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ, ਤੇ ਫਿਰ ਉਹ ਜਿਹੜੀ ਉਹ ਕਹਿੰਦੇ ਨਾ ਵੀ ਇੱਕ ਬਸਤਾ ਗੋਚਰ ਪਾਈ, ਫਿਰ ਉਹ ਅਗਸਤ ਜਿਹੜੀ ਅਗੋਚਰ ਅਵਸਥਾ ਹੈ ਉਹਦਾ ਥੋੜਾ ਬਹੁਤ ਇਲਮ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਥੋੜਾ ਬਹੁਤ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੱਦਾਂ ਗੁਰੂ ਸਾਹਿਬ ਕਹਿੰਦੇ ਨਾ ਵੀ ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਦਿਸੰਦੋ ਮਾਂ ਪਿਰੀ, ਉਹ ਅੱਖਾਂ ਦੂਜੀਆਂ ਨੇ, ਹੋਰ ਨੇ, ਜਿਨ੍ਹਾਂ ਦੇ ਨਾਲ ਮੇਰਾ ਪਤੀ ਪਰਮਾਤਮਾ ਨਜ਼ਰ ਆਉਂਦਾ ਹੈ। ਸੋ ਉਹ ਅੱਖਾਂ ਮੰਨਦੀਆਂ ਨੇ ਜੋ ਗੁਰੂ ਦੀ ਬਾਣੀ ਰਾਹੀਂ ਖੁੱਲਦੀਆਂ ਨੇ। ਸੋ ਗੁਰੂ ਦੀ ਬਾਣੀ ਨੇ ਸਾਨੂੰ ਇੱਕ ਦੇ ਨਾਲ ਜੋੜਿਆ ਹੈ। ਸੋ ਅੱਜ ਅਸੀਂ ਸਿਰਫ ਇੱਕ ਦੀ ਗੱਲ ਕੀਤੀ ਸੀ ਤੇ ਇੱਕ ਦੇ ਨਾਲ ਹੀ ਜੁੜ ਕੇ ਇਹ ਜਨਮ ਮਰਨ ਕਹਿ ਲਓ, ਬੇਸ਼ਤ ਸਵਰਗ ਕਹਿ ਲਓ, ਜਾਂ ਜਿਹੜੇ ਵੀ ਝਮੇਲੇ ਸਾਰੇ ਜਨਮ ਸਫਲ ਹੋਣਾ ਹੈ, ਜੀਵਨ ਮੁਕਤ ਹੋਣਾ ਹੈ, ਇਹਦੇ ਰਾਹੀਂ ਹੋ ਸਕਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਦਾਸ ਦਾ ਇੱਕ YouTube ਚੈਨਲ ਹੈਗਾ ਟਟਸਾਲ, ਇੱਥੇ ਵੀ ਤੁਹਾਨੂੰ ਗੁਰਬਾਣੀ ਦੇ ਵੀਡੀਓਜ਼ ਮਿਲ ਜਾਣਗੇ ਤੇ ਨਾਲ ਐਜੂਕੇਸ਼ਨਲ ਵੀਡੀਓਜ਼ ਜਿਨ੍ਹਾਂ ਦੇ ਬੱਚੇ 6ਵੀਂ 7ਵੀਂ 8ਵੀਂ 9ਵੀਂ 10ਵੀਂ ਜੋਨ ਤੇ ਸਾਇੰਸ ਦੇ, ਇੰਗਲਿਸ਼ ਦੇ, ਮੈਥ ਦੇ ਵੀਡੀਓਜ਼ ਮਿਲ ਜਾਣਗੇ। ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।